ਧੰਨ ਵਾਹਿਗੁਰੂ ਸਾਹਿਬ ਜੀਓ। ਗੁਰਪੂਰਾ ਜਿਨ ਸਿਮਰਿਆ ਸਈ ਪੈ ਨਿਹਾਲ। ਸਈ ਪੈ ਨਿਹਾਲ। ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ। ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਨਾਵਾਂ। ਰੇ ਨਰ ਏ ਸਾਚੀ ਜੀ ਧਾਰ। ਸਗਲ ਜਗਤ ਹੈ ਜੈਸੇ ਸੁਪਨਾ। ਬਿਨ ਸਤ ਲਗਤ ਨਾ ਬਾਰ ਰਹਾਉ। ਬਾਰੂ ਪੀਤ ਬਨਾਈ ਰਚ ਪਚ। ਰਹਿਤ ਨਹੀਂ ਦਿਨ ਚਾਰ। ਤੈਸੇ ਹੀ ਇਹ ਸੁਖ ਮਾਇਆ ਕੇ। ਉਰਜਿਓ ਕਹਾਂ ਗਵਾਰ। ਅਜਹੁ ਸਮਝ ਕਛ ਬਿਗੜਿਓ ਨਾਹਿਨ। ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ। ਭਾਖਿਓ ਤੋਏ ਪੁਕਾਰ। ਅਜੂ ਸਮਝ ਕਛ ਬਿਗੜਿਓ ਨਾਨ। ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ। ਭਾਖਿਓ ਤੋਹਿ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਬਖਸ਼ਿਸ਼ ਦੇ ਦਰਸ਼ਨ ਦੀਦਾਰ ਸਤਿਗੁਰਾਂ ਦੀ ਮਿਹਰ ਨਾਲ ਲਗਾਤਾਰ ਕਰਦੇ ਆ ਰਹੇ ਹਾਂ। ਨਾਮੇ ਗੁਰਦੇਵ ਪਿਤਾ ਜੀ ਸੋਰਠ ਰਾਗ ਅੰਦਰ ਜੋ ਅੱਜ ਜ਼ਿੰਦਗੀ ਨੂੰ ਖੁਸ਼ੀਆਂ ਖੇੜਿਆਂ ਨਾਲ ਭਰਨ ਲਈ ਪਵਿੱਤਰ ਉਪਦੇਸ਼ ਕਰ ਰਹੇ ਹਨ, ਉਹ ਹੈ ਭਈ ਚਾਹੀਦਾ ਹੈ ਇਨਸਾਨ ਨੂੰ ਜਿਵੇਂ ਬਚਪਨ ਤੋਂ ਹੀ ਹਰ ਮਾਂ ਬਾਪ ਬੱਚੇ ਨੂੰ ਸਿੱਖਿਆ ਦਿੰਦਾ ਹੈ ਵੀ ਇਸ ਨੂੰ ਕਿਹੋ ਜਿਹੀ ਵਿੱਦਿਆ ਦਿਵਾਉਣੀ, ਵੱਡਾ ਹੋਏਗਾ ਇਹਦੇ ਲਈ ਜ਼ਮੀਨ ਜਾਇਦਾਦ ਜੋੜਨੀ, ਇਸ ਦੇ ਸੁੱਖ ਲਈ ਇਹਨੂੰ ਘਰ ਬਣਾ ਕੇ ਦੇਣਾ, ਇਸ ਤੈਨੂੰ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਾ ਆਵੇ, ਉਸ ਵਾਸਤੇ ਇਹਦਾ ਅਦਬ ਸਤਿਕਾਰ ਵਾਲੀ ਕੋਈ ਜਗ੍ਹਾ ਲੱਭਣੀ। ਪਰ ਜਿਹੜਾ ਅਸਲ ਕੰਮ ਸੀਗਾ ਜਿਸ ਲਈ ਬੰਦਾ ਰੱਬ ਨੇ ਬਣਾਇਆ ਹੈ ਪਰਮੇਸ਼ਰ ਦੀ ਪ੍ਰਾਪਤੀ ਲਈ, ਉਹਦੇ ਵਾਸਤੇ ਮਾਪੇ ਕੁਝ ਵੀ ਨਾ ਕਰਨ, ਸਾਰਾ ਜੀਵਨ ਕੇਵਲ ਇਸ ਕੰਮ 'ਤੇ ਖਰਚ ਦੇਣਾ ਪਈ ਦੁਨੀਆ ਵਿੱਚ ਵੱਧ ਤੋਂ ਵੱਧ ਪੈਸਾ ਕਿਵੇਂ ਬਣਾਉਣਾ ਹੈ, ਵੱਧ ਤੋਂ ਵੱਧ ਇਸ ਲਈ ਵਧੀਆ ਘਰ ਜ਼ਮੀਨ ਜਾਇਦਾਦ ਕਿਵੇਂ ਇਹਦੇ ਨਾਲ ਜੋੜ ਕੇ ਰੱਖਣੀ। ਸਤਿਗੁਰੂ ਜੀ ਕਹਿੰਦੇ ਜਿਹੜਾ ਅਸਲ ਕਾਰਜ ਸੀ ਉਹਦੇ ਲਈ ਕੋਈ ਤਿਆਰੀ ਨਹੀਂ ਕੀਤੀ। ਬਚਪਨ ਲੰਘ ਜਾਂਦਾ ਹੈ, ਜਵਾਨੀ ਲੰਘ ਜਾਂਦੀ ਹੈ, ਪਰ ਕਈ ਵਾਰ ਐਸਾ ਹੁੰਦਾ ਹੈ ਇਨਸਾਨ ਆਪਣੇ ਹੱਥ ਕੰਡੇ ਵਰਤ ਕੇ ਜਦੋਂ ਵੇਖਦਾ ਏ
ਜਵਾਨੀ ਵੀ ਆਈ। ਮਾਪਿਆਂ ਦਾ ਦਿੱਤਾ ਪੈਸਾ ਤੇ ਸਿਆਣਪ ਕੋਲ, ਉਸਤਾਦਾਂ ਤੇ ਟੀਚਰਾਂ ਪ੍ਰੋਫੈਸਰਾਂ ਦਾ ਗਿਆਨ ਕੋਲ, ਵਿੱਦਿਆ ਦੇ ਸਹਾਰੇ ਕਾਰੋਬਾਰ ਚੱਲ ਪੈਂਦੇ, ਜੋਬਾਂ ਅੱਛੀਆਂ ਮਿਲਦੀਆਂ। ਪਰ ਇਹ ਸਾਰਾ ਕੁਝ ਲੈਣ ਤੋਂ ਬਾਅਦ ਜਦੋਂ ਆਦਮੀ ਦੁਖੀ ਰਹਿੰਦਾ ਹੈ ਤੇ ਫਿਰ ਉਹਦੇ ਅੰਦਰ ਇੱਕ ਸਵਾਲ ਉੱਠਦਾ ਹੈ, ਕੋਈ ਸੁੱਖ ਵਾਲੀ ਜ਼ਿੰਦਗੀ ਵੀ ਹੈ? ਤਾਂ ਜਦੋਂ ਉਹ ਪੁੱਛਣ ਤੁਰਦਾ ਹੈ ਤੇ ਉਹਨੂੰ ਜ਼ਰੂਰ ਰੱਬ ਕਿਸੇ ਨਾ ਕਿਸੇ ਦੇ ਮੂੰਹ ਰਾਹੀਂ, ਭਾਵੇਂ ਗੁਰਦੁਆਰਾ ਸਾਹਿਬ ਰਾਹੀਂ, ਮੰਦਰ ਮਸੀਤ ਰਾਹੀਂ, ਜਾਂ ਤੁਰੇ ਜਾਂਦਿਆਂ ਕਿਸੇ ਸਿਆਣੇ ਬਜ਼ੁਰਗ ਰਾਹੀਂ ਨਿਰੰਕਾਰ ਸੁਣਿਆ ਦਿੰਦਾ ਵੀ ਜ਼ਿੰਦਗੀ ਹੈ, ਤੂੰ ਰੱਬ ਨੂੰ ਚੇਤਾ ਕਰ। ਜਦੋਂ ਉਹ ਇਸ ਪਾਸੇ ਤੁਰਨਾ ਚਾਹੁੰਦਾ ਏ ਤੇ ਦੁਨੀਆ ਤੇ ਮਨ ਉਹਦੇ ਸਾਹਮਣੇ ਸਵਾਲ ਖੜਾ ਕਰਦਾ ਏ ਵੀ ਤੇਰੀ ਜ਼ਿੰਦਗੀ ਦੇ ਕਈ ਸਾਲ ਲੰਘ ਗਏ ਹਨ, ਤੇਰੀਆਂ ਆਦਤਾਂ ਬਣ ਗਈਆਂ ਨੇ, ਹੁਣ ਤੂੰ ਰੱਬ ਵੱਲ ਤੁਰਿਆ ਤੇ ਕੀ ਤੁਰਿਆ? ਹੁਣ ਤਾਂ ਇਸੇ ਤਰ੍ਹਾਂ ਜ਼ਿੰਦਗੀ ਕੱਟਣੀ ਚਾਹੀਦੀ। ਤੁਸੀਂ ਵੇਖਦੇ ਹੋ ਆਪਣੇ ਆਮ ਘਰਾਂ ਦੇ ਅੰਦਰ ਜੇ ਕੋਈ ਤੁਰਨਾ ਚਾਹਵੇ ਵੱਡੀ ਉਮਰ ਵਿੱਚ ਜਾ ਕੇ ਤੇ ਉਹਨੂੰ ਇਹੀ ਸੁਣਾਇਆ ਜਾਂਦਾ ਏ ਰਹਿਣ ਦੇ। ਤੇ ਕਈ ਵਾਰ ਬੰਦੇ ਖੁਦ ਵੀ ਇਹ ਗੱਲ ਕਹਿੰਦੇ ਹਨ, ਚਲੋ ਹੁਣ ਤੇ ਅੱਗੇ ਜਾ ਕੇ ਹੀ ਵੇਖਾਂਗੇ, ਅੰਮ੍ਰਿਤ ਛਕਾਂਗੇ, ਜਾਂ ਅੱਗੇ ਜਾ ਕੇ ਰੱਬ ਨਾਲ ਗੱਲਬਾਤ ਕਰਾਂਗੇ। ਮਤਲਬ ਇੱਥੋਂ ਜੀਵਨ ਦੀ ਬਾਜੀ ਤੋਂ ਜਦੋਂ ਸੋਝੀ ਵੀ ਆਈ ਤੇ ਉਦੋਂ ਉਸ ਰਾਹ 'ਤੇ ਤੁਰਨਾ ਵੀ ਚਾਹਿਆ, ਜਾਂ ਦੁਨੀਆ ਨੇ ਨਾ ਤੁਰਨ ਦਿੱਤਾ ਤੇ ਜਾਂ ਆਪ ਨਾ ਤੁਰੇ। ਦੁਨੀਆ ਨੇ ਇੱਕ ਸ਼ਬਦ ਘੜਿਆ ਕਢਾਇਆ ਵਰਤਦੇ, ਕਹਿੰਦੇ ਤਕਦੀਰ 'ਚ ਜੋ ਲਿਖਿਆ ਮਿਲਣਾ ਤੇ ਉਹ ਹੀ ਏ, ਤੇ ਫਿਰ ਕੀ ਲੋੜ ਏ ਐਵੇਂ ਆਪਣੇ ਆਪ ਨੂੰ ਅੰਮ੍ਰਿਤ ਵੇਲੇ ਠਾਵਾਂਗੇ, ਕਿਧਰੇ ਧਾਰਮਿਕ ਸਥਾਨਾਂ 'ਤੇ ਜਾਵਾਂਗੇ, ਕਈ ਕੁਛ ਕਰਨਾ ਪਵੇਗਾ ਪਰਖੇਜ। ਚੰਗਾ ਜੋ ਲਿਖਿਆ ਉਹ ਭੋਗਣਾ ਹੀ ਹੈ ਤੇ ਉਹ ਭੋਗ ਲਵਾਂਗੇ। ਪਰ ਨਹੀਂ ਗੁਰੂ ਕੇ ਪਿਆਰਿਓ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਖੁੱਲ੍ਹ ਕੇ ਇਹਦੇ ਬਾਰੇ ਬਚਨ ਕਹੇ ਨੇ। ਬਹੁਤ ਸਾਰੇ ਧਾਰਮਿਕ ਲੋਕਾਂ ਨੇ ਵੀ ਇਹੋ ਜਿਹੀ ਸਿੱਖਿਆ ਦੇ ਦਿੱਤੀ ਵੀ ਜੋ ਲਿਖਿਆ ਹੈ ਉਹ ਭੋਗਣਾ ਹੈ, ਤੇ ਬੰਦਾ ਰੱਬ ਦੇ ਰਾਹ ਤੋਂ ਹੀ ਮਨੁੱਖਰ ਹੋ ਗਿਆ। ਜਦੋਂ ਉਹਨੇ ਲਿਖ ਦਿੱਤਾ ਹੈ ਉਹ ਸਾਨੂੰ ਭੋਗਣਾ ਪੈਣਾ, ਤੇ ਫਿਰ ਪਾਠ ਕਾਹਦੇ ਲਈ? ਫਿਰ ਕਾਹਦੇ ਲਈ ਸਿਮਰਨ ਕਰੀਏ? ਕਿਉਂ ਸੰਗਤ ਵਿੱਚ ਜਾਈਏ? ਕਿਉਂ ਇਹੋ ਜਿਹਾ ਕੋਈ ਉਚੇਚਾ ਕਰਮ ਕਰੀਏ? ਸਤਿਗੁਰੂ ਜੀ ਕਹਿੰਦੇ ਨਹੀਂ। ਗੁਰੂ ਨਾਨਕ ਸਾਹਿਬ ਦਾ ਘਰ ਬਿਲਕੁਲ ਇਹਦੇ ਨਾਲ ਸਹਿਮਤ ਨਹੀਂ ਹੈ। ਸਾਹਿਬ ਕਹਿੰਦੇ ਰੱਬ ਨੇ ਜੋ ਤਕਦੀਰ ਵਿੱਚ ਲਿਖਿਆ ਸੀ ਤੇਰੇ ਕਰਮਾਂ ਦੇ ਹਿਸਾਬ ਦੇ ਨਾਲ, ਉਸ ਨੂੰ ਤੂੰ ਬਦਲ ਸਕਦਾ ਹੈ। ਬਦਲ ਨਹੀਂ ਸਕਦਾ, ਤੈਨੂੰ ਬਦਲਣ ਲਈ ਹੀ ਮਨੁੱਖਾ ਜਨਮ ਮਿਲਿਆ, ਪਰ ਤੈਨੂੰ ਕੋਈ ਪੂਰਾ ਗੁਰੂ ਨਾ ਮਿਲਿਆ, ਤੂੰ ਭਟਕ ਗਿਆ। ਸਾਹਿਬ ਹੁਣ ਕਹਿੰਦੇ ਤੇਰੇ ਕੋਲ ਸਮਾਂ ਹੈ, ਚੰਗਾ ਹੋਵੇ ਤੂੰ ਬਚਪਨ ਵਿੱਚ ਹੀ ਇਸ ਰਾਹ 'ਤੇ ਤੁਰੇ, ਭਲਾ ਏ। ਜੇਕਰ ਤੂੰ ਬਚਪਨ ਗਵਾ ਲਿਆ ਤੇ ਜਵਾਨੀ ਵੇਲੇ ਹੋਸ਼ ਆਈ, ਉਦੋਂ ਹੀ ਤੂੰ ਇਸ ਰਾਹ 'ਤੇ ਤੁਰ ਪਓ, ਬਹੁਤ ਭਲਾ ਏ। ਪਰ ਜੇਕਰ ਤੂੰ ਜਵਾਨੀ ਵੀ ਗਵਾ ਲਈ, ਬੁਢਾਪੇ ਵਿੱਚ ਪੈਰ ਧਰ ਲਿਆ ਏ, ਤੇ ਜੇਕਰ ਹੁਣ ਤੈਨੂੰ ਸੋਝੀ ਪੈਂਦੀ ਤੇ ਤੂੰ ਇਹ ਨਾ ਸੋਚੀ ਵੀ ਜੋ ਲਿਖਿਆ ਭੋਗਣਾ ਪੈਣਾ, ਬਿਲਕੁਲ ਨਹੀਂ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਖੁਰੇ ਕਿੰਨੀ ਕੁ ਵਾਰੀ ਇਹ ਬਖਸ਼ਾਂ ਭਰੇ ਬਚਨ ਕਹੇ, ਤੇ ਸਾਡਾ ਪੂਰਾ ਇਤਿਹਾਸ ਹੀ ਭਰਿਆ ਪਿਆ ਹੈ। ਨਹੀਂ, ਜੋ ਲਿਖਿਆ ਹੈ ਉਹ ਨਹੀਂ ਭੋਗਣਾ ਪੈਣਾ। ਜੇਕਰ ਗੁਰੂ ਪਰਮੇਸ਼ਰ ਦਾ ਪੱਲਾ ਪਕੜ ਲਿਆ, ਉਹ ਸਾਰਾ ਕੁਝ ਬਖਸ਼ ਦੇਵੇਗਾ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਖੁਰਾ ਨੇ ਇੱਕ ਬਚਨ ਬਹੁਤ ਪਿਆਰਾ ਸਮਝਾਇਆ। ਕਹਿੰਦੇ ਭਲਾ ਬੇੜੀ ਵਿੱਚ ਤੁਸੀਂ ਬੈਠੇ ਹੋਵੋ, ਹੋਰ ਵੀ ਸਵਾਰ ਹੋਣ, ਸਾਜੋ ਸਮਾਨ ਵੀ ਖੋਵੇ, ਅਚਾਨਕ ਪਾਣੀ ਦੀਆਂ ਛੱਲਾਂ ਆਉਣ, ਬੇੜੀ ਡਾਵਾਂ ਡੋਲ ਖੋ ਜਾਏ, ਤੇ ਕੀ ਇੱਕ ਤਾਂ ਇਹ ਸੋਚੇ ਵੀ ਚਲੋ ਡੁੱਬ ਚੱਲੀਏ ਤੇ ਡੁੱਬਣ ਦਿਓ, ਜਿਹੜੇ ਬੰਦੇ ਡੁੱਬਦੇ ਨੇ ਸਾਰੇ ਡੁੱਬ ਜਾਣ ਦਿਓ, ਸਮਾਨ ਜਾਂਦਾ ਜਾਣ ਦਿਓ। ਪਰ ਦੂਸਰੇ ਪਾਸੇ ਐਸਾ ਕਦੇ ਹੋਇਆ ਨਹੀਂ। ਕਹਿੰਦੇ ਜੈਸੇ ਨਾਉ ਬੂੜਤ ਸੇ ਜੋ ਬਚੈ ਸੋਈ ਭਲੋ। ਕਹਿੰਦੇ ਯਤਨ ਕਰੀਦਾ ਇਸ ਬੇੜੇ ਵਿੱਚੋਂ ਜਿੰਨੇ ਕੁ ਬੰਦੇ ਬਚ ਸਕਣ ਉਹ ਬਚਾਈਏ, ਜਿੰਨਾ ਕੁ ਸਾਜੋ ਸਮਾਨ ਬਚਦਾ ਉਹ ਬਚਾਈਏ। ਹੱਥ ਪੈਰ ਮਾਰੀ ਦੇਖਾਂ, ਕਹਿੰਦੇ ਜੇ ਨਹੀਂ ਮਾਰਾਂਗੇ ਬੂੜ ਗਏ ਪਾਛੇ ਪਛਤਾਇਓ ਰਹਿ ਜਾਤੇ। ਜੇ ਭਲਾ ਆਪਾਂ ਕੁਝ ਵੀ ਨਾ ਕਰਾਂਗੇ ਤੇ ਫਿਰ ਕੁਝ ਵੀ ਨਹੀਂ ਬਚਣਾ, ਸਾਰਾ ਕੁਝ ਰੋੜ ਬੈਠਾਂਗੇ, ਕੇਵਲ ਪਛਤਾਵਾ ਹੀ ਪੱਲੇ ਪਿਆ, ਨਾ ਕੁਛ ਵੀ ਨਹੀਂ। ਤੇ ਜੇ ਹੱਥ ਪੈਰ ਮਾਰਾਂਗੇ ਕੁਝ ਨਾ ਕੁਝ ਤੇ ਉਹਦੇ ਚੋਂ ਬਚੇਗਾ ਹੀ।
ਕੁਝ ਨਾ ਕੁਝ ਤੇ ਭਲਾ ਹੋਏਗਾ ਹੀ ਨਾ। ਤੇ ਜੇ ਜ਼ਿੰਦਗੀ ਦੀ ਬੇੜੀ ਡਾਵਾਂ ਡੋਲ ਹੋ ਗਈ ਤੇ ਹੁਣ ਪਤਾ ਲੱਗਾ ਵੀ ਡੋਲ ਰਹੇ ਹਾਂ, ਬੰਦਾ ਕਵੇ ਚਲੋ ਇਸੇ ਤਰ੍ਹਾਂ ਹੀ ਲੰਘਣ ਦਿਓ। ਬਹੁਤ ਵੇਖੀ ਦੇ ਨੇ ਪਰਿਵਾਰ ਦੁਖੀ ਨੇ, ਉਹਨਾਂ ਨੂੰ ਕਹੀਏ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰ ਲਓ, ਨਹੀਂ ਜੀ ਕੋਈ ਹੋਰ ਦੱਸੋ, ਕੋਈ ਸਿਆਣਾ ਦੱਸੋ, ਕੋਈ ਦਵਾਦਾਰ ਦੱਸੋ, ਇਹ ਗੱਲ ਸੁਣਦੀ ਨਹੀਂ। ਕਿਹਾ ਜਾਵੇ ਸਿਮਰਨ ਸ਼ੁਰੂ ਕਰ ਦਿਓ, ਮਹਾਰਾਜ ਦੁੱਖ ਕੱਟਣਗੇ। ਕਹਿੰਦੇ ਨਹੀਂ ਹੁਣ ਤੇ ਇਸੇ ਤਰ੍ਹਾਂ ਲੰਘਣੀ ਹੈ, ਜੋ ਲਿਖਾਇਆ ਸੀ ਗਿਆਨੀ ਜੀ ਉਹ ਤੇ ਭੋਗਣਾ ਹੀ ਪੈਣਾ ਹੈ। ਇਹ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬਚਨ ਕਿਉਂ ਨਹੀਂ ਸਾਨੂੰ ਸੁਣਦੇ। ਭਾਈ ਸਾਹਿਬ ਕਹਿੰਦੇ ਡੁੱਬਦੀ ਬੇੜੀ ਨੂੰ ਡੁੱਬਣ ਨਹੀਂ ਦੇਈਦਾ, ਜੋ ਬਚੇ ਉਹਨੂੰ ਬਚਾ ਲਵੋ। ਜੈਸੇ ਕਰ ਲਾਗੇ ਆਗ, ਜੋਈ ਬਚੇ ਸੋਈ ਪਲੋ। ਘਰ ਨੂੰ ਅੱਗ ਲੱਗ ਜਾਏ, ਇਹ ਤਾਂ ਨਹੀਂ ਕਹਾਂਗੇ ਸੜ ਜਾਏ ਸਾਰਾ ਕੁਝ, ਨਹੀਂ ਕਹਿੰਦੇ ਉਹਦੇ ਵਿੱਚੋਂ ਜਿੰਨਾ ਕੁਝ ਬਚਾ ਸਕਦੇ ਹੋ ਬਚਾ ਲਓ। ਜਰ ਬੂਝੈ ਪਾਛੈ ਕਸ ਬਸ ਨਾ ਬਸਾ। ਤੇ ਜਦੋਂ ਸੜ ਗਿਆ ਫਿਰ ਸਾਡੇ ਵੱਸ ਵਿੱਚ ਹੀ ਕੁਝ ਨਹੀਂ, ਫਿਰ ਕੀ ਫਾਇਦਾ। ਭਾਈ ਸਾਹਿਬ ਕਹਿੰਦੇ ਜੋ ਬਚਦਾ ਹੈ ਨਾ ਉਹ ਬਚਾ ਲੈਣਾ ਚਾਹੀਦਾ ਹੈ। ਇਹ ਨਾ ਕਦੇ ਸੋਚੀਏ ਵੀ ਨਹੀਂ ਹੁਣ ਤੇ ਜਿਸ ਤਰ੍ਹਾਂ ਦੀ ਜ਼ਿੰਦਗੀ ਬਣ ਗਈ ਹੈ ਇਸੇ ਤਰ੍ਹਾਂ ਦੀ ਭੋਗਾਂਗੇ। ਨਹੀਂ, ਇੱਕ ਵਾਰ ਨਾ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੇ ਕੋਲ ਇੱਕ ਸੱਜਣ, ਉਹਨਾਂ ਨੂੰ ਮਿਲਾਇਆ ਗਿਆ। ਭਾਈ ਸਾਹਿਬ ਆਪ ਗਏ, ਉਹਨਾਂ ਨੂੰ ਬੁਲਾਇਆ, ਉਹ ਅੰਤਲੇ ਸਾਹਾਂ 'ਤੇ ਸੀ। ਉਹ ਕਹਿਣ ਲੱਗਾ ਭਾਈ ਸਾਹਿਬ ਕੀ ਕਰਾਂ, ਅੰਤ ਵੇਲਾ ਏ, ਜ਼ਿੰਦਗੀ 'ਚ ਬਹੁਤ ਗੁਨਾਹ ਕੀਤੇ ਨੇ, ਰੱਬ ਵਾਲੇ ਪਾਸੇ ਤੁਰਿਆ ਨਹੀਂ। ਹੁਣ ਉਹ ਸਾਰੇ ਜਿਹੜੇ ਕਰਮ ਨੇ ਸਾਹਮਣੇ ਆ ਕੇ ਖਲੋ ਗਏ ਨੇ, ਹੁਣ ਕੀ ਕਰਾਂ, ਹੁਣ ਮੈਨੂੰ ਸਮਝ ਨਹੀਂ ਲੱਗਦੀ, ਜ਼ਿੰਦਗੀ ਗਵਾ ਚੁੱਕਾ ਖਾਂ, ਅੰਤਲਾ ਸਮਾਂ ਆ ਗਿਆ ਏ, ਪਤਾ ਨਹੀਂ ਕਿੰਨੇ ਕੁ ਧੱਕੇ ਖਾਣੇ ਪੈਣਗੇ, ਮੇਰਾ ਕੋਈ ਉਪਾਅ ਕਰੋ, ਮੈਨੂੰ ਦੱਸੋ ਮੈਂ ਕੀ ਕਰਾਂ। ਭਾਈ ਸਾਹਿਬ ਕਹਿਣ ਲੱਗੇ ਜੇਕਰ ਤੂੰ ਹੁਣ ਵੀ ਵਾਹਿਗੁਰੂ ਦਾ ਸਹਾਰਾ ਲਵੇਂ ਤੇ ਤੇਰੇ ਕਰਮ ਬਖਸ਼ੇ ਜਾ ਸਕਦੇ ਨੇ। ਕਿ ਲਗਾਉਣ ਤੇ ਤਿਆਰੀ ਏ, ਸਾਰੇ ਕਹਿ ਰਹੇ ਇੱਕ ਅੱਧ ਦਿਨ ਦਾ ਪ੍ਰਾਹੁਣਾ, 2 ਨਹੀਂ 4 ਦਿਨ ਕੁਦਰੇ ਰੱਬ ਤੇ ਦੇਵੇਗਾ, ਇੰਨੀ ਉਮੀਦ ਨਹੀਂ ਜਿਹੋ ਜਿਹੇ ਸਰੀਰ ਦੇ ਹਾਲਾਤ ਨੇ। ਭਾਈ ਸਾਹਿਬ ਕਹਿਣ ਲੱਗੇ ਰੱਬ ਕਦੇ ਵੀ ਸਾਲ ਤੇ ਦਿਨ ਨਹੀਂ ਗਿਣਦਾ, ਜੇ ਪੂਰਾ ਧਿਆਨ ਜੋੜ ਕੇ ਹੁਣ ਵੀ ਚੇਤਾ ਕਰੇ ਤੇ ਉਹ ਬਖਸ਼ੇਂਦੇ ਜ਼ਰੂਰ ਬਖਸ਼ੇਗਾ। ਭਾਈ ਸਾਹਿਬ ਚਲੇ ਗਏ, ਇਹਨੇ ਪੂਰੀ, ਕਿਉਂਕਿ ਅੰਤਲਾ ਸਮਾਂ ਹੁਣ ਇੱਛਾ ਤੇ ਕੋਈ ਹੈ ਹੀ ਨਹੀਂ, ਇੱਛਾ ਤੇ ਕਰ ਕਰਕੇ ਵੇਖ ਲਈਆਂ ਵੀ ਉਹਦੇ 'ਚੋਂ ਕੀ ਨਿਕਲਿਆ, ਖਾਸ਼ਾਂ ਤੇ ਹੁਣ ਉਧਰ ਕੀ ਜਾਣਾ ਸੀ। ਜਦੋਂ 4 ਚੁਫੇਰੇ ਤੋਂ ਹਨੇਰਾ ਦਿਸਿਆ ਤੇ ਚਾਨਣ ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵੱਲੋਂ ਹੀ ਨਜ਼ਰ ਆਉਣਾ ਸੀ। ਵਾਹਿਗੁਰੂ ਜਪਦਾ ਗਿਆ। ਅਗਲੇ ਦਿਨ ਖਬਰ ਮਿਲੀ ਭਾਈ ਸਾਹਿਬ ਹੋਰਾਂ ਨੂੰ ਉਹ ਚੜ੍ਹਾਈ ਕਰ ਗਏ। ਉਧਰ ਕਹਿੰਦੇ ਭਾਈ ਸਾਹਿਬ ਨੇ ਜਿਹੜੇ ਆਪਣੇ ਨਿੱਜੀ ਜ਼ਿੰਦਗੀ ਦੇ ਕੁਝ ਅਨੁਭਵ ਵੱਖਰੇ ਲਿਖੇ ਨੇ, ਉਹਨਾਂ ਵਿੱਚ ਉਹਨਾਂ ਨੇ ਇਸ ਗੱਲ ਨੂੰ ਬਿਆਨ ਕੀਤਾ। ਕਹਿੰਦੇ ਸਾਨੂੰ ਮਹਾਰਾਜ ਜੀ ਨੇ ਕਿਰਪਾ ਕਰਕੇ ਦਿਖਾਇਆ, ਹਰਿਮੰਦਰ ਸਾਹਿਬ ਅਲਾਛੀ ਬੇਰੀ 'ਤੇ ਜਿਵੇਂ ਇੱਕ ਤੋਤਾ ਬੈਠਾ ਹੈ ਤੇ ਉਹਨਾਂ ਦੀ ਆਤਮਾ ਹੈ। ਉਹ ਤੋਤਾ ਬੈਠਾ ਤੇ ਤੋਤਾ ਕਹਿ ਰਿਹਾ ਭਾਈ ਸਾਹਿਬ ਇੱਕ ਦਿਨ ਦੇ ਜਪੇ ਨਾਮ ਨਾਲ ਆ ਵੇਖੋ ਗੁਰੂ ਰਾਮਦਾਸ ਪਿਤਾ ਨੇ ਮੈਨੂੰ ਬਖਸ਼ ਦਿੱਤਾ ਤੇ ਮੇਰੇ ਪਾਪ ਬਖਸ਼ੇ ਗਏ, ਮੈਂ ਸੁਰਖਰੁਖ ਹੋ ਕੇ ਜਾ ਰਿਹਾ। ਭਾਈ ਸਾਹਿਬ ਕਹਿੰਦੇ ਕਦੇ ਵੀ ਆਪਣੀ ਜ਼ਿੰਦਗੀ 'ਚ ਮਹਾਰਾਜ ਜੀ ਦੀ ਬਖਸ਼ਿਸ਼ ਲੈਣ ਦਾ ਦਰਵਾਜ਼ਾ ਬੰਦ ਨਾ ਸਮਝੋ। ਜਦੋਂ ਵੀ ਖੁਸ਼ ਆ ਗਈ, ਜਦੋਂ ਵੀ ਉਦੋਂ ਹੀ ਤੁਰ ਪਈਏ, ਉਹ ਬਖਸ਼ਿੰਦ ਪਿਤਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇਸ ਬਚਨ ਨੂੰ ਕਿਹਾ ਹੈ, ਕਹਿੰਦੇ ਫਰੀਦਾ ਕਾਲੀ ਜਿਨੀ ਨਾ ਰਾਵਿਆ, ਤੋਲੀ ਰਾਵੈ ਕੋਏ। ਉਹਨਾਂ ਦਾ ਮਤਲਬ ਸੀ ਕਾਲੀ ਤੋਂ ਕਾਲੇ ਵਾਲ, ਜੇਕਰ ਬੰਦਾ ਜਵਾਨੀ ਵਿੱਚ ਨਾ ਚੇਤਾ ਕਰੇ ਤੇ ਜਦੋਂ ਚਿੱਟੇ ਹੋ ਜਾਣ ਉਦੋਂ ਨਹੀਂ ਜੇ ਚੇਤਾ ਹੁੰਦਾ ਰੱਬ, ਕਿਉਂਕਿ ਸੁਭਾਅ ਪੱਕ ਜਾਂਦਾ। ਮਾੜੀਆਂ ਆਦਤਾਂ, ਮਾੜੇ ਕਰਮ, ਉਹੋ ਜਿਹੀ ਸੋਚ ਹੈ। ਕਹਿੰਦੇ ਦੇਖ ਜਵਾਨੀ ਤੱਕ ਸਮਾਂ ਗਵਾਇਆ, ਬੁਢਾਪੇ ਵਿੱਚ ਜਾ ਕੇ ਨਹੀਂ ਜੇ ਕੰਮ ਖੋਣਾ, ਵਕਤ ਸਿਰ ਕਰੋ। ਕਹਿੰਦੇ ਕਰ ਸਾਈਂ ਸਿਉ ਪਿਰਖੜੀ ਰੰਗ ਨਵੇਲਾ ਖੋਏ। ਦੁਨੀਆ ਦੀ ਹਰ ਚੀਜ਼ ਪੁਰਾਣੀ ਹੋ ਸਕਦੀ ਏ, ਰੱਬ ਦਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ। ਧੰਨ ਗੁਰੂ ਅਮਰਦਾਸ ਪਿਤਾ ਜੀ ਦਾ ਨਾਲ ਹੀ ਸਲੋਕ ਕੇ ਕਹਿਣ ਲੱਗੇ ਦਾ ਇਹ ਨਹੀਂ ਮਤਲਬ ਵੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਬੁਢਾਪੇ ਵਿੱਚ ਰੱਬ ਚੇਤਾ ਹੀ ਨਹੀਂ ਆਏਗਾ, ਚੇਤਾ ਕੀਤਾ ਹੀ ਨਹੀਂ ਜਾ ਸਕਦਾ।
ਗੁਰੂ ਅਮਰਦਾਸ ਪਿਤਾ ਜੀ ਨੇ, ਕਿਉਂਕਿ ਖੁਦ ਬੁਢਾਪੇ ਵਿੱਚ ਇਸ ਰਾਹ 'ਤੇ ਤੁਰ ਕੇ ਕਿੱਥੇ ਪਹੁੰਚੇ, ਖੁਦ ਨਿਰੰਕਾਰ ਬਣ ਗਏ, ਆਪ ਨਾਰਾਇਣ ਕਲਾ ਧਾਰ। ਗੁਰੂ ਸਾਹਿਬ ਜੀ ਨੇ ਉਸ ਗੱਲ ਨੂੰ ਸਪਸ਼ਟ ਕੀਤਾ। ਸਾਹਿਬ ਕਹਿਣ ਲੱਗੇ, ਦੇਖੋ ਭਾਈ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਮਹੱਲਾ ਤੀਜਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਸਾਹਿਬ ਨਹੀਂ ਛੱਡ ਕੇ ਜਾਂਦਾ ਵੀ ਬੁਢਾਪੇ ਵਿੱਚ ਖੋਨੀ ਮੈਂ ਤੇਰੀ ਸਾਰ ਲੈਣੀ, ਤੂੰ ਮੇਰੇ ਆਖੇ ਨਹੀਂ ਲੱਗਾ। ਨਹੀਂ, ਉਹ ਅੰਤਲੇ ਦਿਨ ਤੱਕ ਬੰਦੇ ਨੂੰ ਉਡੀਕਦਾ, ਅੱਜ ਵੀ ਮੇਰੇ ਵੱਲ ਆਵੇ ਤੈਨੂੰ ਮੈਂ 84 ਦੇ ਗੇੜ 'ਚੋਂ ਕੱਢਾਂ, ਅੱਜ ਵੀ ਮੇਰੇ ਕੋਲ ਆਵੇ। ਇਹ ਜਿਹੜਾ ਵਿਚਾਰਾ ਹਾਏ ਹਾਏ ਕਰਦਾ, ਇਹਦੀ ਜਗ੍ਹਾ 'ਤੇ ਸ਼ੁਕਰਾਂ ਦੀ ਜ਼ਿੰਦਗੀ ਇਹਨੂੰ ਪ੍ਰਦਾਨ ਕਰਾਂ, ਉਹ ਅੰਤਲੇ ਦਮ ਤੱਕ ਉਡੀਕਦਾ ਹੈ। ਸਾਹਿਬ ਕਹਿੰਦੇ, ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੀ ਜੇ ਕੋ ਚਿੱਤ ਕਰੇ। ਕਰੋ ਸਹੀ ਜਿਹੜੀ ਮਰਜ਼ੀ ਉਮਾਰੇ, ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚੈ ਸਭ ਕੋਏ। ਵਾਹਿਗੁਰੂ ਜੀ ਨਾਲ ਪਿਆਰ ਆਪਣੇ ਆਪ ਨਹੀਂ ਲੱਗਦਾ। ਜੇ ਕੁਝ ਹੈ ਨਾ ਮੈਂ ਆਪ ਹੀ ਲਾ ਲਵਾਂਗਾ, ਨਹੀਂ ਪਿਆਰਿਓ। ਜੇ ਅੰਦਰੋਂ ਕੋਈ ਡਿੱਗੇ ਅਰਦਾਸਾਂ ਕਰੇ, ਉਹ ਕਰਮ ਬਦਲ ਦਿੰਦਾ। ਤਾਂ ਕਹਿੰਦੇ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ। ਇਹ ਬਖਸ਼ਿਸ਼ ਭਰੀ ਦਾਤ ਤੇ ਤੁਸੀਂ ਕਿਸੇ ਨਾਲ ਗਿਲਾ ਨਾ ਕਰਨਾ। ਉਹ ਕਿਉਂ ਨਹੀਂ ਕਰਦਾ? ਨਹੀਂ, ਹਾਂ ਹਮਦਰਦੀ ਪਰਉਪਕਾਰ ਵਿੱਚੋਂ ਉਹਨੂੰ ਪ੍ਰੇਰਨਾ ਕਰੋ, ਉਹ ਲੱਗੇ, ਪਰ ਕਦੇ ਉਹਨੂੰ ਮਾੜਾ ਨਾ ਸਮਝੋ, ਕਿਉਂਕਿ ਰੱਬ ਨੇ ਉਹਨੂੰ ਉਹ ਦਾਤ ਦਿੱਤੀ ਨਹੀਂ। ਉਹਦੇ ਕਰਮ ਇੰਨੇ ਮਾੜੇ ਫਿਰ ਰੱਬ ਉੱਥੇ ਆਉਣਾ ਹੀ ਨਹੀਂ ਚਾਹਿਆ। ਪਰ ਫਿਰ ਗੱਲ ਉੱਥੇ ਆ ਗਈ, ਜੇਕਰ ਨਿਰੰਕਾਰ ਦੇ ਚਰਨਾਂ 'ਚ ਕੋਈ ਡਿੱਗ ਪਵੇ, ਪੂਰਾ ਭਰੋਸਾ ਕਰਕੇ ਤੁਰ ਪਵੇ, ਉਹ ਕਦੇ ਵੀ ਖਾਲੀ ਨਹੀਂ ਮੋੜੇਗਾ। ਭਾਈ ਗੁਰਦਾਸ ਸਾਹਿਬ ਜੀ ਨੇ ਕਵਿਤ ਵਿੱਚ ਬਚਨ ਕਹਿੰਦਾ, ਡੁੱਬਦੀ ਬੇੜੀ ਡੋਲਦੀ ਨੂੰ ਜੋ ਬਚਦਾ ਬਚਾ ਲਈਏ, ਨਹੀਂ ਤੇ ਪਛਤਾਵਾ ਰਹਿ ਜਾਂਦਾ। ਘਰ ਨੂੰ ਅੱਗ ਲੱਗੇ, ਜੋ ਬਚਦਾ ਬਚਾ ਲਓ, ਨਹੀਂ ਤੇ ਪਿੱਛੇ ਕੋਈ ਵਸ ਨਹੀਂ ਜੇ ਚੱਲਣਾ। ਜੈਸੇ ਚੋਰ ਲਾਗੇ ਜਾਗੇ, ਜੋ ਹੀ ਬਚੈ ਸੋਈ ਭਲੋ। ਕਹਿੰਦੇ ਚੋਰ ਘਰ ਨੂੰ ਲੱਗੇ ਹੋਣ, ਜੋ ਹੀ ਰਹੇ ਸੋਈ ਭਲੋ। ਤੁਸੀਂ ਜਾਗ ਪਵੋ, ਫਿਰ ਘੇਸ ਮਾਰ ਲਓ, ਕੋਈ ਨਹੀਂ ਸੌਂ ਜਾਂਦੇ ਆ, ਜੋ ਲਿਜਾਂਦਾ ਲੈ ਜਾਵੇ। ਕਹਿੰਦੇ ਤੇ ਸਿਆਣਪ ਨਹੀਂ, ਸੋਏ ਗਏ ਰੀਤੋਂ ਘਰ ਦੇਖਿਆ ਉੱਠ ਪਰਾਤ, ਤੇ ਜੇ ਸੁੱਤੇ ਰਹੇ ਤੇ ਘਰ ਖਾਲੀ ਮਿਲੇਗਾ। ਜਾਗ ਪੈ ਤੇ ਕੁਛ ਬਚ ਜਾਏਗਾ। ਜ਼ਿੰਦਗੀ ਦਾ ਜਿੰਨਾ ਸਮਾਂ ਬਚਦਾ ਹੈ ਉਹ ਬਚਾ ਲਈਏ। ਇਹ ਨਾ ਹੋਵੇ ਭਈ ਸਾਰਾ ਹੀ ਜਿਹੜਾ ਕੋਈ ਗਵਾਚ ਗਿਆ, ਜਿਹੜਾ ਰਹਿੰਦਾ ਹੈ ਹੱਥੀਂ, ਉਹਨੂੰ ਵੀ ਗਵਾ ਲਈਏ। ਨਹੀਂ, ਕਹਿੰਦੇ ਤੈਸੇ ਅੰਤ ਕਾਲ ਗੁਰ ਚਰਨ ਸ਼ਰਨ ਆਵੈ, ਪਾਵੈ ਮੋਖ ਪਦਵੀ ਨਾਤੁਰ ਬਿਲਲਾਤ ਹੈ। ਅੰਤ ਵੇਲੇ ਵੀ ਇੱਕ ਗੁਰੂ ਦੇ ਚਰਨਾਂ ਵਿੱਚ ਆਵੇ, ਮਹਾਰਾਜ ਦੀ ਸ਼ਰਨ ਵਿੱਚ ਆ ਜਾਵੇ। ਸਾਹਿਬ ਕਹਿੰਦੇ ਨੇ ਮਹਾਰਾਜ ਉਹਨੂੰ ਮੋਖ ਪਦਵੀ ਦੇਣਗੇ, ਨਹੀਂ ਤਾਂ ਬੰਦਾ ਪਛਤਾਵੇਗਾ। ਸਾਧ ਸੰਗਤ, ਮਹਾਰਾਜ ਜੀ ਨੇ ਨਾ ਕਿਰਪਾ ਕੀਤੀ ਸਾਡੇ ਉੱਪਰ, ਸਾਨੂੰ ਪੈਰ ਪੈਰ 'ਤੇ ਇਹ ਗੱਲ ਸਮਝਾਈਏ। ਕਹਿੰਦੇ ਹੁਣ ਨੂੰ ਸਾਂਭੀਏ ਵਰਤਮਾਨ ਨੂੰ। ਭਾਈ ਵੀਰ ਸਿੰਘ ਜੀ ਨੇ ਵੀ ਕਵਿਤਾ ਵਿੱਚ ਲਿਖਿਆ, ਮਹਾਂਪੁਰਖ ਵੀ ਦੱਸਦੇ ਬਾਬਾ ਜੀ ਹਮੇਸ਼ਾ ਇਹ ਬਚਨ ਕਹਿੰਦੇ ਵਰਤਮਾਨ ਵਿੱਚ ਆਓ। ਪਰ ਇਹ ਗੱਲ ਹਰ ਕਿਸੇ ਦੇ ਅੰਦਰ ਟਿਕਦੀ ਨਹੀਂ, ਮਹਾਰਾਜ ਦੀ ਮਿਹਰ ਨਾਲ ਹੀ ਟਿਕਦੀ ਏ। ਸਾਡਾ ਮਨ ਦੋ ਹਿੱਸਿਆਂ 'ਚ ਰਹਿੰਦਾ ਹੈ। ਜਾਂ ਤਾਂ ਹਮੇਸ਼ਾ ਅਸੀਂ ਬੀਤ ਚੁੱਕੇ ਲਈ ਸੋਚਦੇ ਹਾਂ ਜੋ ਕੁਝ ਸਾਡੇ ਤੋਂ ਹੋਇਆ, ਅਤੇ ਜਾਂ ਫਿਰ ਆਉਣ ਵਾਲੀਆਂ ਸਕੀਮਾਂ ਲਾਈਦੀਆਂ ਨੇ ਵੀ ਕੱਲ੍ਹ ਨੂੰ ਕਰਨਾ ਹੈ। ਆਉਣ ਵਾਲਾ ਸਮਾਂ ਅਜੇ ਜਨਮ ਹੀ ਨਹੀਂ ਉਹਨੇ ਲਿਆ। ਜਿਹੜੀ ਚੀਜ਼ ਜੰਮੀ ਨਹੀਂ ਉਹਦੇ ਬਾਰੇ ਕੀ ਸਲਾਹਾਂ ਕਰ ਰਹੇ ਹਾਂ। ਜਿਹੜਾ ਲੰਘ ਚੁੱਕਾ ਹੈ ਉਹ ਮਰ ਚੁੱਕਾ ਹੈ, ਮੁਰਦਿਆਂ ਨੂੰ ਚੁੱਕਣ ਦਾ ਵੀ ਕੋਈ ਲਾਭ ਨਹੀਂ। ਜਿਹੜਾ ਅਣਜੰਮਿਆ ਉਹਨੂੰ ਵੀ ਪਿਆਰਿਓ ਰੱਖਣ ਦਾ ਲਾਭ ਨਹੀਂ, ਉਹ ਹੈ ਨਹੀਂ ਤੇ ਰੱਖਾਂਗੇ ਕਿ। ਜਿਹੜਾ ਹੁਣ ਸਮਾਂ ਕੋਲ ਹੈ ਵਰਤਮਾਨ, ਇਹਨੂੰ ਸੰਭਾਲਣ ਲਈ ਸਤਿਗੁਰੂ ਜੀ ਹੁਕਮ ਕਰਦੇ ਨੇ। ਕਹਿੰਦੇ ਜਿਸ ਵੀ ਤੁਸੀਂ ਹਾਲਾਤ ਵਿੱਚ ਖੜ੍ਹੇ ਹੋ, ਜਿਸ ਉਮਰ ਵਿੱਚ ਖੜ੍ਹੇ ਹੋ, ਜਿਹੋ ਜੀ ਮਰਜ਼ੀ ਤੁਹਾਡੀ ਪੋਜੀਸ਼ਨ ਹੈ, ਤੁਸੀਂ ਉਸ ਵਕਤ ਰੱਬ ਨਾਲ ਜੁੜੋ। ਰੱਬ ਪਿਛਲੇ ਪਾਪ ਵੀ ਬਖਸ਼ਦਾ ਹੈ ਅਤੇ ਅੱਗੋਂ ਵੀ ਉਹ ਕਿਰਪਾ ਕਰਕੇ ਆਪਣੇ ਘਰ ਵੱਲ ਜਾਂਦਾ। ਜਦੋਂ ਹੁਣ ਕਰਮ ਬੀਜਿਆ ਗਿਆ ਚੰਗਾ, ਅੱਗਾ ਤੇ ਆਪੇ ਹੀ ਸਵਾਰਿਆ ਗਿਆ। ਕਿਉਂਕਿ ਨਾਮੀ ਸਤਿਗੁਰੂ ਜੀ ਨੇ ਅੱਜ ਬਚਨ ਕੀਤਾ, ਅੱਜ ਹੁਣ ਸਮਝ ਕੱਛ ਵਿਗੜਿਓ ਨਾ ਹੈ। ਕਹਿੰਦੇ ਕੁਛ ਨਹੀਂ ਵਿਗੜਿਆ, ਹੁਣ ਵੀ ਸਮਝ ਜਾਓ। ਇਹਦਾ ਮਤਲਬ ਹੁਣ ਸਮਝ ਜਾਓ, ਜਿਹੜੇ ਹੁਣ ਕੋਲ ਸਵਾਸ ਨੇ ਇਹਨਾਂ ਨੂੰ ਸੰਭਾਲੋ। ਭਾਈ ਸਾਹਿਬ ਜੀ ਦੀ ਕਵਿਤਾ ਹੈ ਬੜੀ ਪਿਆਰੀ। ਉਹ ਕਹਿੰਦੇ ਕੱਲ੍ਹ ਚੁੱਕੀ ਖੈ ਬੀਤ ਵਸ ਤੋਂ ਦੂਰ ਨਸਾਏ। ਜਿਹੜਾ ਬੀਤ ਗਿਆ ਸਮਾਂ ਹੈ,
ਆਪਣੇ ਵਸ ਵਿੱਚ ਨਹੀਂ, ਆਪਾਂ ਬੀਤ ਚੁੱਕੇ ਕੱਲ ਵੱਲ ਨਹੀਂ ਜਾ ਸਕਦੇ। ਭਲਕ ਅਜੇ ਖੈ ਦੂਰ ਨਹੀਂ ਵਿੱਚ ਖੱਚਾਂ ਆਈ, ਜਿਹੜੀ ਕੱਲ ਭਲਕ ਆਉਣਾ ਹੈ ਉਹ ਸਾਥੋਂ ਦੂਰ ਹੈ। ਆਪਾਂ ਤਾਂ ਨਹੀਂ ਨਾ ਕੱਲ ਤੱਕ ਜਾ ਸਕਦੇ ਆਉਣ ਵਾਲੇ ਸਮੇਂ 'ਚ। ਫਿਰ ਕਹਿੰਦੇ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਜਿਹੜਾ ਹੁਣ ਸਮਾਂ ਇਹਨੂੰ ਫਿਕਰਾਂ 'ਚ ਲਾ ਲਿਆ। ਮੈਂ ਗੁਨਾਹ ਕਿਉਂ ਕੀਤੇ, ਮੈਨੂੰ ਪਹਿਲਾਂ ਕਿਉਂ ਨਾ ਮੱਤ ਆਈ, ਮੈਂ ਬੱਚੇ ਗਵਾ ਲਏ, ਪਰਿਵਾਰ ਗਵਾ ਲਿਆ, ਮੈਂ ਪੈਸਾ ਗਵਾ ਲਿਆ। ਬੜਾ ਗੁਰੂ ਕੇ ਪਿਆਰਿਓ ਪੈਸੇ ਮਗਰ ਲੱਗ ਕੇ ਹੁਣ ਤੱਕ ਵੀ ਵੇਖਦੇ ਹਾਂ ਪਰਿਵਾਰਾਂ ਦੇ ਪਰਿਵਾਰ ਗਵਾ ਲਏ। ਪਰ ਇੱਕ ਨਸ਼ਾ ਇਹੋ ਜਿਹਾ ਪੈਸੇ ਦਾ, ਬੰਦਾ ਸਿੱਖੀ ਨੂੰ ਤਰਜੀਹ ਨਹੀਂ ਦਿੰਦਾ, ਬੱਚਿਆਂ ਨੂੰ ਤਰਜੀਹ ਨਹੀਂ ਦਿੰਦਾ, ਪੈਸੇ ਨੂੰ ਦਿੰਦਾ ਹੈ। ਸੁਪਨੇ ਪੈਸੇ ਦੇ ਬੱਚਿਆਂ 'ਚ ਪਾ ਕੇ ਵੀ ਇਹਨਾਂ ਨੂੰ ਉਹ ਹੀ ਦੇਣਾ ਵੱਧ ਤੋਂ ਵੱਧ। ਪਰ ਸਿਆਣਿਆਂ ਦਾ ਕਥਨ ਹੈ, ਬੱਚਿਆਂ ਨੂੰ ਚੰਗੀ ਸਿੱਖਿਆ ਦਿਓ, ਪੈਸਾ ਨਾ ਵੱਧ ਦਿਓ। ਜੇਕਰ ਥੋੜ੍ਹਾ ਜਿਹਾ ਵੀ ਵੱਧ ਦੌਲਤ ਦਿਓਗੇ, ਉਹਦੇ ਨਾਲ ਬੱਚਿਆਂ ਦੀ ਮੱਤ ਵੀ ਵਿਗੜੇਗੀ ਅਤੇ ਪੱਲੇ ਵੀ ਕੱਖ ਨਹੀਂ ਪੈਣਾ। ਗੁਰੂ ਕੇ ਪਿਆਰਿਓ, ਸਤਿਗੁਰੂ ਦੇ ਪਿਆਰੇ ਨੇ ਕਿਹਾ ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ। ਇਹ ਫਿਕਰ ਕੱਲ੍ਹ ਨੂੰ ਘਰੇ ਮੇਰਾ ਕੀ ਬਣੇਗਾ, ਸਾਰੇ ਛੱਡ ਗਏ, ਕੀ ਬਣੇਗਾ, ਪਰਿਵਾਰ ਛੱਡ ਗਿਆ, ਹੁਣ ਮੇਰਾ ਕੀ ਬਣੇਗਾ, ਪੈਸਾ ਨਹੀਂ ਕੋਲ ਰਿਹਾ ਅਤੇ ਕੀ ਬਣੇਗਾ। ਇਹ ਫਿਕਰ ਆਉਣ ਵਾਲੇ ਸਮੇਂ ਦਾ। ਭਾਈ ਸਾਹਿਬ ਕਹਿੰਦੇ ਕੱਲ੍ਹ ਭਲਕ ਨੂੰ ਸੋਚ, ਲੰਘ ਚੁੱਕੇ ਅਤੇ ਆਉਣ ਵਾਲੇ ਨੂੰ ਸੋਚ ਕੇ ਅੱਜ ਇਹ ਮੁਫਤ ਗਵਾਈ। ਇਹ ਜਿਹੜੀ ਅੱਜ ਇੰਨੀ ਕੀਮਤੀ ਸੀ ਨਾ, ਇਹਨੂੰ ਮੁਫਤ ਹੀ ਗਵਾ ਲਿਆ। ਕਰੀਏ ਕੀ? ਮਹਾਰਾਜ ਨੇ ਜਿਹੜਾ ਅੱਜ ਕਿਹਾ ਨਾ, ਅੱਜ ਖੂਹ ਸਮਝ ਕੱਛ ਬਿਗੜਿਓ ਨਾਏ। ਭਾਈ ਸਾਹਿਬ ਕਹਿੰਦੇ ਖੋ ਸੰਭਲ ਸੰਭਾਲ ਇਸ ਅੱਜ ਨੂੰ। ਕਹਿੰਦੇ ਅੱਜ ਨੂੰ ਖੂਨ ਨੂੰ ਸੰਭਾਲ, ਕਿਵੇਂ ਸੰਭਾਲੀਏ? ਇਹ ਬੀਤੇ ਮਹਾਰਸ ਪੀਂਦਿਆਂ, ਇਹ ਸਮਾਂ ਮਹਾਰਸ ਪੀਂਦਿਆਂ ਲੰਘਾ ਦੇ ਤੂੰ। ਮਹਾਰਸ ਕੀ? ਵਾਹਿਗੁਰੂ ਵਾਹਿਗੁਰੂ। ਮਹਾਰਾਜ ਜੀ ਦਾ ਭਜਨ ਕਰ, ਉਹਦੇ 'ਚ ਹੀ ਵੱਟਾ ਰਸ। ਕਹਿੰਦੇ ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਹੁੰਦਿਆਂ। ਕਹਿੰਦੇ ਜਦੋਂ ਹੁਣ ਵਾਹਿਗੁਰੂ ਵਾਹਿਗੁਰੂ ਕਰਾਂਗੇ ਨਾ, ਇਹਦੇ 'ਚ ਰਸ ਇੰਨਾ, ਇਹਦੇ 'ਚ ਖੀਵੇ ਖੋ ਜਾਈਏ, ਭੁੱਲ ਹੀ ਜਾਈਏ ਵੀ ਕੱਲ੍ਹ ਕੀ ਖੋਣਾ ਅਤੇ ਕੱਲ੍ਹ ਪਿਛਲਾ ਬੀਤ ਚੁੱਕੇ ਕੱਲ੍ਹ 'ਚ ਕੀ ਖੋਇਆ ਸੀ, ਉਹਦੀ ਲੋੜ ਨਹੀਂ ਹੈ। ਲੋੜ ਕਿਸ ਚੀਜ਼ ਦੀ ਏ? ਹੁਣ ਨੂੰ ਐਨ ਖੀਵੇ ਖੋ ਕੇ ਤੁਰ ਪਈਏ। ਅਤੇ ਕਿਉਂ ਨਹੀਂ ਮਹਾਰਾਜ ਜੀ ਕਿਰਪਾ ਕਰਕੇ ਬਖਸ਼ਣਗੇ। ਅਵਸ਼ ਉਹ ਬਖਸ਼ਦੇ ਆਏ ਅਤੇ ਬਖਸ਼ ਰਹੇ ਨੇ। ਆਪ ਜੀ ਜਾਣਦੇ ਹੋ ਨਾ, ਇੱਕ ਸੱਜਣ ਪਿਆਰ ਵਾਲਾ ਸੀ, ਉਹ ਬਾਹਰ ਗਿਆ ਘਰ ਤੋਂ ਜੰਗਲ ਵੱਲ। ਉਹਨੇ ਵੇਖਿਆ ਦੋ ਫਕੀਰ ਸਾਈਂ ਬੈਠੇ ਨੇ, ਉਹਨਾਂ ਦੇ ਚਿਹਰੇ ਦਾ ਜਲਾਲ ਵੀ ਬੜੀ ਧੂਹ ਪਈ, ਖਿੱਚ ਪਈ। ਜਾ ਮੱਥਾ ਟੇਕਿਆ, ਉਹਨਾਂ ਦੇ ਦਰਸ਼ਨ ਕਰਕੇ ਰੋਮ ਰੋਮ ਠਰ ਗਿਆ। ਕਿੰਨਾ ਸਮਾਂ ਅਡੋਲ ਹੀ ਬੈਠਾ ਰਿਹਾ, ਕੁਝ ਪੁੱਛਣ ਦੀ ਲੋੜ ਨਹੀਂ ਪਈ, ਪਰ ਅੰਦਰ ਚੁੱਪ ਹੋ ਗਿਆ। ਕਿਉਂਕਿ ਬਖਸ਼ਾਂ ਕੋਲ ਜਾਈਏ ਤੇ ਅੰਦਰ ਚੁੱਪ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹੋ ਜਿਹੀ ਖੇਡ ਬਣਾਈ ਹੋਈ ਏ। ਕਿੰਨਾ ਚਿਰ ਬੀਤਣ ਤੋਂ ਬਾਅਦ ਫਿਰ ਇਸ ਨੇ ਆਖਿਆ, ਜੀ ਫਕੀਰ ਸਾਈਂ, ਮੈਂ ਕੁਛ ਛਕਾਣਾ ਚਾਹੁੰਦਾ ਵਾਂ, ਇੱਥੇ ਰਹੋਗੇ ਨਾ? ਕਹਿਣ ਲੱਗੇ ਹਾਂ, ਅਸੀਂ ਕਈ ਦਿਨ ਇੱਥੇ ਹਾਂ। ਆਖਣ ਲੱਗੇ ਫਿਰ ਆ ਜਾਇਆ ਕਰ ਤੂੰ, ਠੀਕ। ਉਹਨੇ ਰੋਜ਼ ਸੰਗਤ ਕਰਨ ਜਾਣਾ। ਹੋਰ ਵੀ ਪ੍ਰਾਣੀਆਂ ਨੂੰ ਪਤਾ ਲੱਗਣ ਲੱਗ ਪਿਆ। ਉਹ ਵੀ ਇਹ ਕੌਣ ਸਨ? ਖੁਦ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਨਾਲ ਨੇ ਜਦੋਂ ਇੱਥੇ ਬਿਰਾਜਮਾਨ। ਇਹ ਰੋਜ਼ ਸੱਜਣ ਜਾਂਦਾ ਹੈ। ਤੁਰਦਾ ਸੀ ਅਤੇ ਇੱਕ ਵਾਰ ਇੱਕ ਹੋਰ ਸੱਜਣ ਵੀ ਤੁਰਿਆ ਉਸੇ ਵਕਤ। ਜਦੋਂ ਉਹ ਤੁਰਿਆ ਸੱਜਣ, ਤਾਂ ਉਦੋਂ ਗੁਰੂ ਕੇ ਪਿਆਰਿਓ ਰਸਤੇ 'ਚ ਗੱਲ ਛਿੜ ਪਈ ਵੀ ਕਿੱਥੇ ਰੋਜ਼ ਜਾਂਦੇ ਹੋ? ਕਹਿਣ ਲੱਗਾ ਦੂਸਰਾ ਸੱਜਣ, ਆਪਾਂ ਕਿਸੇ ਚੰਗੀ ਜਗ੍ਹਾ 'ਤੇ ਜਾਂਦੇ ਹਾਂ। ਉਹ ਚੰਗੀ ਸੀ ਕਿਸੇ ਵੇਸਵਾ ਦੇ ਦੁਆਰੇ 'ਤੇ ਜਾਣਾ। ਉਹ ਗੱਲ ਛਿੜ ਪਈ। ਕੁਦਰਤੀ ਹੁੰਦਾ, ਜਿਹੜਾ ਬੰਦਾ ਦੁਨੀਆ ਵੱਲ ਖੋਵੇ ਉਹਨੇ ਦੁਨੀਆ ਦੀ ਸਿਫਤ ਹੀ ਕਰਨੀ ਹੈ। ਇਹਦੇ 'ਚ ਬੜੀ ਮੌਜ ਏ। ਨਸ਼ੇ ਵਾਲਾ ਨਸ਼ੇ ਦੀ ਸਿਫਤ ਕਰੇਗਾ, ਮੀਟ ਟਾਂਡਾ ਖਾਣ ਵਾਲਾ ਉਹਦੀ ਤਾਰੀਫ ਕਰੇਗਾ, ਘੁੰਮਣ ਫਿਰਨ ਵਾਲਾ ਉਹਨੂੰ ਤਰਜੀਹ ਦੇਵੇਗਾ, ਨਾ ਬੰਦਗੀ ਵਾਲੇ ਇਹਨੂੰ ਤਰਜੀਹ ਦੇਣਗੇ ਜਿੱਧਰ ਕਿਸੇ ਨੂੰ ਲਾਇਆ। ਦੋਨਾਂ ਦੀ ਬਹਿਸ ਛਿੜ ਪਈ। ਇਹਨਾਂ ਨੇ 2-4 ਦਿਨ ਇਕੱਠੇ ਲੰਘੇ। ਧਰਮੀ ਆਦਮੀ ਨੇ ਪ੍ਰੇਰਨਾ ਕਰਨੀ, ਤੂੰ ਜ਼ਿੰਦਗੀ ਕਿਉਂ ਗਵਾ ਰਿਹਾ? ਆਓ ਮੇਰੇ ਨਾਲ। ਪੂਰਨ ਫਕੀਰ ਬੈਠੇ ਨੇ, ਉਹਨਾਂ ਦੇ ਦਰਸ਼ਨ ਕਰ, ਆਪਣਾ ਅਤੇ ਪਰਿਵਾਰ ਦਾ ਭਲਾ ਕਰਾ।
ਕਹਿਣ ਲੱਗਾ ਛੱਡੋ, ਅੱਗਾ ਕਿੰਨੇ ਵੇਖਿਆ, ਇਹ ਕਿੰਨੇ ਸੁੱਖ ਨੇ। ਕਹਿੰਦੇ ਚਲੋ ਅੱਜ ਆਪਾਂ ਨਾ ਮੈਂ ਤੁਹਾਡੀ ਉਡੀਕ ਕਰਾਂਗਾ, ਜਿਹੜਾ ਪਹਿਲਾਂ ਆ ਗਿਆ ਇਸ ਜਗ੍ਹਾ 'ਤੇ ਤੁਸੀਂ ਉਡੀਕਣਾ, ਜੇ ਮੈਂ ਆ ਗਿਆ ਤੇ ਮੈਂ, ਜੇ ਤੁਸੀਂ ਆਏ ਤਾਂ ਆਪਾਂ ਇਕੱਠੇ ਵਾਪਸ ਪਿੰਡ ਨੂੰ ਚੱਲਾਂਗੇ। ਥੋੜ੍ਹਾ ਸਮਾਂ ਸਫ਼ਰ ਇਕੱਠੇ ਕਰਦੇ ਸਨ, ਅੱਗੋਂ ਵੱਖਰੇ। ਐਸਾ ਹੀ ਹੋਇਆ। ਇਹ ਜਦੋਂ ਅੱਜ ਗਿਆ ਤੇ ਵੇਸਵਾ ਮਾੜੇ ਕਰਮ ਲਈ, ਉੱਥੇ ਇਸ ਨੂੰ ਕੁਛ ਮਿਲਿਆ ਨਾ, ਪਹਿਲਾਂ ਆ ਕੇ ਬਹਿ ਗਿਆ। ਆਦਤ ਮੁਤਾਬਕ ਇਹਨੇ ਧਰਤੀ ਖੋਦਣੀ ਸ਼ੁਰੂ ਕਰ ਦਿੱਤੀ। ਖੋਦ ਰਿਹਾ ਸੀ ਤੇ ਇਹਨੂੰ ਕੁਛ ਨਜ਼ਰ ਆਇਆ, ਇਹਨੇ ਚੰਗੀ ਤਰ੍ਹਾਂ ਪੁੱਟਿਆ, ਵਿਹਲਾ ਬੈਠਾ ਸੀ। ਇਹਨੂੰ ਇੱਕ ਗਾਗਰ ਜੀ ਘੜਾ ਜਿਹਾ ਮਿਲਿਆ, ਉਹਦੇ ਵਿੱਚ ਕੋਲਿਆਂ ਸਨ, ਮੋਹਰਾਂ ਸਨ, ਤੇ ਉਹ ਕੋਲੇ ਦੀ ਤਰ੍ਹਾਂ ਸਾਰੇ ਕੋਲੇ ਬਣੇ ਖੋਏ। ਇੱਕ ਉਹਨੂੰ ਮੋਹਰ ਲੱਭ ਗਈ, ਬੜਾ ਖੁਸ਼ ਹੋਇਆ। ਇੱਕ ਮੋਹਰ ਲੱਭ ਗਈ, ਹੱਥ ਵਿੱਚ ਫੜੀ। ਉਹਨਾਂ ਚਿਰ ਨੂੰ ਸੱਜਣੋਂ ਵੀ ਗੁਰੂ ਕਾ ਪਿਆਰਾ ਆ ਰਿਹਾ ਸੀ। ਉਹ ਪੈਰ ਤੋਂ ਲੰਘਾ ਰਿਹਾ ਤਾਂ ਉਹਦੇ ਪੈਰ ਵਿੱਚ ਕੰਡਾ ਚੁੱਭ ਗਿਆ ਤੇ ਲਹੂ ਵਗਿਆ। ਕੰਡਾ ਤੇ ਨਿਕਲ ਗਿਆ, ਪਰ ਅਜੇ ਦਰਦ ਸੀ, ਲੰਘਾ ਰਿਹਾ ਸੀ। ਆਏ ਤੇ ਕਹਿਣ ਲੱਗੇ, ਵੇਖ ਲੈ ਸੱਜਣਾ, ਆਹ ਫਰਕ ਕੀ, ਮੈਂ ਮਾੜੀ ਜਗ੍ਹਾ 'ਤੇ ਜਾਣਾ, ਮੈਨੂੰ ਸੋਨੇ ਦੀ ਮੋਹਰ ਮਿਲਦੀ ਹੈ, ਤੂੰ ਆਖਣਾ ਚੰਗੀ ਜਗ੍ਹਾ, ਉੱਥੋਂ ਤੈਨੂੰ ਕੰਡਾ ਮਿਲਦਾ ਹੈ। ਇਹੋ ਜਿਹੀ ਦੁਨੀਆ ਵਾਲੇ ਰੱਬ ਦੇ ਰਾਹ ਤੋਂ ਪਰੇ ਕਰਨ ਲਈ ਦਲੀਲਾਂ ਦਿੰਦੇ ਨੇ ਨਾ। ਦੇਖੋ, ਜੇ ਅਸੀਂ ਕੁਛ ਵੀ ਨਹੀਂ ਕਰਦੇ, ਨਾ ਨਾਮ ਜਪਦੇ, ਨਾ ਗੁਰਦੁਆਰੇ, ਮੌਜਾਂ ਕਰੀਦੀਆਂ ਨੇ, ਜੋ ਮਰਜ਼ੀ ਖਾਈਦਾ ਪੀਵੀਦਾ, ਕੋਈ ਫਿਕਰ ਨਹੀਂ, ਪੈਸਾ ਵਾਧੂ, ਜਿੱਥੇ ਮਰਜ਼ੀ ਬੈਠੀਏ ਤੁਸੀਂ ਮਰ ਜਾਂਦੇ ਹੋ। ਐਵੇਂ ਪਰਹੇਜ਼ ਕਰ ਕਰਕੇ ਤੁਹਾਨੂੰ ਦੁੱਖ ਵੀ ਜ਼ਿਆਦਾ ਨੇ। ਅਤੇ ਆਪਣੇ ਵੀ ਬੰਦੇ ਕਹਿਣ ਲੱਗ ਪੈਂਦੇ, ਸਾਡੇ ਨਾਲ ਤਾਂ ਉਹ ਹੀ ਚੰਗੇ ਜਿਹੜੇ ਕਦੇ ਨਹੀਂ ਪਾਠ ਪੂਜਾ ਕਰਦੇ। ਅਸੀਂ ਰੋਜ਼ ਜਾਂਦੇ, ਫਿਰ ਵੀ ਸਾਨੂੰ ਕੋਈ ਨਾ ਕੋਈ ਮੁਸ਼ਕਲ ਆਈ ਰਹਿੰਦੀ ਹੈ। ਕੀ ਪਤਾ ਮੁਸ਼ਕਲ ਆਈ ਰਹਿੰਦੀ ਹੈ ਕਿ ਮੁਸ਼ਕਲਾਂ ਦੀਆਂ ਪੰਡਾਂ ਘਟ ਰਹੀਆਂ ਨੇ, ਸੂਲੀ ਤੋਂ ਸੂਲ ਬਣ ਰਹੀ ਹੈ, ਸਾਨੂੰ ਦਿਸਦਾ ਨਹੀਂ ਨਾ। ਅਸੀਂ ਕੇਵਲ ਵੇਖਦੇ ਹੁਣ ਸਾਡੇ ਸਾਹਮਣੇ ਕੀ ਹੈ, ਕੀ ਪਤਾ ਉਹਦਾ ਅੰਤ ਕਿੱਧਰ ਹੈ ਅਤੇ ਇਹਦਾ ਅੰਤ ਕੀ ਹੈ। ਵੇਖਣ ਨੂੰ ਤਾਂ ਕਿੱਕਰ ਦਾ ਬੀਜ ਬੜਾ ਮੁਲਾਇਮ ਹੈ, ਜਦੋਂ ਉਹਨੂੰ ਬੀਜੀ ਦਾ ਧਰਤੀ ਵਿੱਚ ਤੇ ਫਿਰ ਹੀ ਕੰਡੇ ਨਿਕਲਦੇ ਨੇ ਨਾ, ਸੂਲਾਂ ਨਿਰੀਆਂ। ਇਸੇ ਤਰ੍ਹਾਂ ਦੁਨੀਆ ਦੇ ਸੁੱਖ ਸਹੂਲਤਾਂ ਕਿੱਕਰ ਦੇ ਕੰਡੇ ਦੀ ਤਰ੍ਹਾਂ ਨੇ, ਜਿਸ ਤਰ੍ਹਾਂ ਵਾਹਿਗੁਰੂ ਉਹਦੇ ਬੀਜ ਦੀ ਤਰ੍ਹਾਂ ਨੇ। ਬੀਜ ਮੁਲਾਇਮ ਹੈ, ਜਦੋਂ ਇਹਦਾ ਬੂਟਾ ਬਣਿਆ ਤੇ ਨਿਰੀਆਂ ਸੂਲਾਂ ਹੀ ਸੂਲਾਂ ਨੇ। ਫਿਰ ਬੰਦਾ ਪੁੱਛਦਾ, ਸ਼ੁਰੂ ਤੋਂ ਲੈ ਕੇ ਦੁੱਖ ਬਚਪਨ ਤੋਂ, ਕਹਿੰਦਾ ਖਰੇ ਕਿਹੜੇ ਕਰਮਾਂ ਦਾ ਦੁੱਖ ਹੈ। ਉਹ ਆਪਾਂ ਜਾਣਦੀਆਂ, ਰੱਬ ਕਿਸੇ ਨੂੰ ਐਵੇਂ ਤੇ ਦੁੱਖ ਦਿੰਦਾ ਨਹੀਂ, ਕਰਮ ਹੀ ਬਣਦੇ ਖਾਨ। ਜੇ ਉਹਨੂੰ ਨਾ ਮੇਟੀਏ ਤੇ ਦੁੱਖ ਹੈ ਹੀ ਏ। ਸਾਹਿਬ ਕਹਿੰਦੇ ਨੇ ਨਾ, ਹਰ ਕੇ ਨਾਮ ਬਿਨਾ ਦੁੱਖ ਪਾਵੈ, ਭਗਤ ਬਿਨਾ ਨੈਸੈ ਸਾਚੁ ਕੈ, ਗੁਰ ਏ ਭੇਦ ਬਤਾਵੈ। ਤੋ ਜਦੋਂ ਇਹਨਾਂ ਦੋਨਾਂ ਸੱਜਣਾਂ ਦੀ ਬਹਿਸ ਛਿੜੀ, ਸਤਸੰਗੀ ਕਹਿਣ ਲੱਗਾ, ਇਸ ਤਰ੍ਹਾਂ ਨਹੀਂ ਸੋਚੀਦਾ, ਕੰਡਾ ਚੁੱਭਿਆ ਠੀਕ ਹੈ, ਨਿਕਲ ਗਿਆ, ਹੁਣ ਆਰਾਮ ਆ ਜਾਏਗਾ। ਕਹਿੰਦਾ ਨਹੀਂ। ਕਹਿਣ ਲੱਗਾ, ਦੇਖ ਮੈਂ ਬੁਰੇ ਕਰਮ ਕਰਾਂ ਤੇ ਮੋਹਰ, ਤੂੰ ਚੰਗੇ ਕਰਮ ਕਰੇ ਤੇ ਕੰਡਾ। ਇਸੇ ਤਰ੍ਹਾਂ ਦੁਨੀਆ ਨਾਲ ਹੁੰਦਾ ਹੈ। ਦੋਨੋਂ ਚਲੇ ਗਏ ਸਤਿਗੁਰੂ ਜੀ ਦੇ ਕੋਲ, ਜਾ ਬੇਨਤੀ ਕਰਕੇ ਪੁੱਛਿਆ, ਗਰੀਬ ਨਵਾਜ਼ ਜੀਓ, ਇਸ ਬੰਦੇ ਦਾ ਇਹ ਸਵਾਲ ਹੈ, ਉਹਨੇ ਕਰ ਲਿਆ ਆਪੇ ਹੀ, ਜੀ ਮੈਂ ਬੁਰੇ ਕਰਮ ਕਰਾਂ ਤੇ ਮੈਨੂੰ ਮੋਹਰ ਮਿਲੇ, ਪਰ ਇਹ ਤੁਹਾਡਾ ਸਤਸੰਗੀ ਚੰਗੀ ਸੰਗਤ ਕਰੇ ਤੇ ਇਹਨੂੰ ਕੰਡੇ ਮਿਲਦੇ ਨੇ। ਸਤਸੰਗੀ ਕੁਛ ਕਹਿਣ ਲੱਗਾ, ਸਤਿਗੁਰੂ ਕਹਿੰਦੇ ਤੁਸੀਂ ਨਹੀਂ ਬੋਲਣਾ, ਚੁੱਪ ਰਹੋ। ਉਹਨਾਂ ਨੂੰ ਕਹਿਣ ਲੱਗੇ, ਦੇਖ ਤੇਰੇ ਸਨ ਕਰਮ ਬਹੁਤ ਚੰਗੇ, ਦਾਨ ਪੁੰਨ ਤੂੰ ਕੀਤਾ ਸੀ, ਉਹਦੇ ਬਦਲੇ ਤੈਨੂੰ ਸੋਨੇ ਦੀਆਂ ਮੋਹਰਾਂ ਦੀ ਇਹ ਗਾਗਰ ਮਿਲਣੀ ਸੀ। ਇਹ ਪ੍ਰਤੀਕ ਸੀ ਵੀ ਤੇਰੇ ਕਰਮਾਂ 'ਚ ਬਹੁਤ ਸੁੱਖ ਲਿਖੇ ਸਨ। ਉਹਦੇ ਕਰਕੇ ਜਦੋਂ ਤੂੰ ਭੈੜੀ ਸੰਗਤ ਵਿੱਚ ਪੈ ਗਿਆ, ਤੇਰੀ ਤਕਦੀਰ ਬਦਲਣੀ ਸ਼ੁਰੂ ਹੋ ਗਈ। ਇੱਕ ਇੱਕ ਕਰਕੇ ਤੂੰ ਸਾਰੇ ਹੀ ਚੰਗੀਆਂ ਮੋਹਰਾਂ ਸਾੜ ਕੇ ਕੋਲਾ ਬਣਾ ਦਿੱਤੀਆਂ ਨੇ। ਇਹ ਤੇਰੇ ਪਿੱਛੇ ਹੁਣ ਸਭ ਕੁਝ ਸਵਾਹ ਹੀ ਸਵਾਹ ਹੈ। ਹਾਂ, ਜਿਹੜਾ ਤੂੰ ਕਿਧਰੇ ਇੱਕ ਜਗ੍ਹਾ 'ਤੇ ਦਾਨ ਪੁੰਨ ਕੀਤਾ ਸੀ, ਉਹ ਦਾਨ ਪੁੰਨ ਦੇ ਬਦਲੇ ਇੱਕ ਮੋਹਰ ਬਚ ਗਈ, ਨਹੀਂ ਤੇ ਇਹ ਵੀ ਜਾਂਦੀ ਰਹਿਣੀ ਸੀ। ਹੋਸ਼ ਆ ਗਈ। ਇਹ ਸਤਸੰਗੀ ਨੂੰ ਕੰਡਾ ਕਿਉਂ ਚੁੱਭਿਆ? ਇਹਦੇ ਪਹਿਲੇ ਕਰਮ ਠੀਕ ਨਹੀਂ ਸਨ। ਇਹਨੂੰ ਇਸ ਜਨਮ ਵਿੱਚ ਸੂਲੀ 'ਤੇ ਚਾੜਿਆ ਜਾਣਾ ਸੀ, ਪਰ ਇਹਨੇ ਸੰਗਤ ਕੀਤੀ ਕੁਛ ਦਿਨਾਂ ਦੀ, ਸਾਰੇ ਮਾੜੇ ਕਰਮ ਕੱਟੇ ਗਏ। ਇੱਕ ਸੂਲ ਜੀ ਬਣਾ ਕੇ, ਕੰਡਾ ਬਣਾ ਕੇ
ਭੁਗਤਾ ਦਿੱਤਾ, ਅੱਗੋਂ ਹੁਣ ਭਗਤੀ ਕਰਕੇ ਦਰਗਾਹ ਨੂੰ ਜਾਏਗਾ। ਕੀ ਮਤਲਬ ਹੈ ਪਿਆਰ ਵਾਲਿਓ? ਸਤਿਗੁਰੂ ਪਾਤਸ਼ਾਹ ਜੀ ਕਿਉਂ ਕਹਿੰਦੇ ਅਜ ਖੂੰ ਸਮਝ ਕਛ ਬਿਗੜਿਓ ਨਾਖਿਨ ਭਜਤੇ ਨਾਮ ਮੁਰਾਰ। ਕਹਿੰਦੇ ਹੁਣ ਸਮਝੋ, ਕਦੇ ਨਾ ਕਹੋ ਤਕਦੀਰ ਜੋ ਕੁਝ ਲਿਖਿਆ ਭੋਗਣਾ। ਸਭ ਕਹਿੰਦੇ ਆ ਵੇਖੋ ਤੁਹਾਡੇ ਹੱਥ ਵਿੱਚ ਤੁਸੀਂ ਜੇ ਰੱਬ ਦੇ ਰਾਹ 'ਤੇ ਤੁਰੋਗੇ ਤੇ ਸਾਰੇ ਲੇਖ ਪੁੱਠੇ ਸਿੱਧੇ ਹੋ ਜਾਣਗੇ। ਜੇ ਬੁਰੇ ਪਾਸੇ ਤੁਰੇ ਰਹੋਗੇ ਰੱਬ ਨੂੰ ਛੱਡ ਕੇ ਸਧਾਰਨ, ਤਾਂ ਫਿਰ ਉਹ ਜਿਹੜੇ ਕਰਮ ਜਿਹੜੇ ਲੇਖ ਸਿੱਧੇ ਸੀ ਉਹ ਪੁੱਠੇ ਤੁਸੀਂ ਆਪ ਬਣਾ ਰਹੇ ਹੋ। ਮਹਾਰਾਜ ਕਹਿੰਦੇ ਪੁੱਠੇ ਨਾ ਬਣਾਈ, ਇਹ ਸਮਝੀਏ ਅਜੇ ਵੀ ਮੌਕਾ ਹੈ। ਉਸ ਅਕਾਲ ਪੁਰਖ ਦਾ ਨਾਮ ਜਪਣਾ ਸ਼ੁਰੂ ਕਰੀਏ। ਸਭ ਕਹਿੰਦੇ ਕਹੋ ਨਾਨਕ ਨਿਜ ਮਤ ਸਾਧਨ ਕਹੋ। ਤੈਨੂੰ ਮਤ ਦੇ ਰਿਹਾ, ਇਸ ਨੂੰ ਸਾਧ ਲੈ, ਸੋਧ ਲੈ, ਵਿਚਾਰ ਕਰ, ਭਾਖਿਓ ਤੋਏ ਪੁਕਾਰ। ਤੁਹਾਨੂੰ ਪੁਕਾਰ ਕਰ ਰਹੇ ਹਾਂ, ਕਿੰਨਾ ਫਿਕਰ ਹੈ। ਜੇ ਕੋਈ ਹੋਰ ਹੋਵੇ ਤੇ ਆਖੇ ਜੇ ਕੋਈ ਸਿੱਖਿਆ ਲੈਣੀ ਹੈ ਲੈ, ਨਹੀਂ ਤੇ ਮੈਂ ਚੱਲਦਾ ਵਾਂ। ਮਹਾਰਾਜ ਤਰਲੇ ਲੈ ਰਹੇ ਨੇ ਵੀ ਬੰਦੇ ਤੂੰ ਸੁਖੀ ਹੋ ਜਾਏਗਾ, ਤੂੰ ਅਕਾਲ ਪੁਰਖ ਦਾ ਪੱਲਾ ਪਕੜ। ਸ਼ੁਰੂਆਤ ਦੇ ਸ਼ਬਦ ਦੀ ਰੇ ਨਾਰ ਇਹ ਸਾਚੀ ਜੀ ਧਾਰ। ਐ ਮਨੁੱਖ ਤੂੰ ਇਸ ਗੱਲ ਨੂੰ ਸੱਚੀ ਮੰਨ ਕੇ ਜ਼ਿੰਦਗੀ 'ਚ ਤੁਰ। ਇਹਨੂੰ ਐਵੇਂ ਨਾ ਸਮਝ ਪਈ ਤੈਨੂੰ ਕੇਵਲ ਭਾਵਕ ਕਰਨ ਲਈ ਇਹ ਗੱਲਾਂ ਕਹਿ ਰਿਹਾ, ਨਹੀਂ। ਸਭ ਕਹਿੰਦੇ ਸਗਲ ਜਗਤ ਹੈ ਜੈਸੇ ਸੁਪਨਾ, ਬਿਨ ਸਤ ਲਗਤ ਨਾ ਬਾਰ। ਕਹਿੰਦੇ ਦੁਨੀਆ ਸੁਪਨੇ ਦੀ ਨਿਆਈਆਂ। ਸੁਪਨਾ ਜਦੋਂ ਸੁਪਨੇ ਵਿੱਚ ਹੋਈਏ ਤਾਂ ਲੱਗਦਾ ਸੱਚ, ਜਾਗ ਖੁੱਲ੍ਹੇ ਤੇ ਕੁਛ ਵੀ ਹੱਥੀਂ ਨਹੀਂ ਆਉਂਦਾ। ਇਸੇ ਤਰ੍ਹਾਂ ਜਦੋਂ ਜਾਗ ਖੁੱਲ੍ਹਣੀ ਉਦੋਂ ਜਦੋਂ ਅੰਤਲੇ ਸਾਹਾਂ 'ਤੇ ਹੋਏ, ਅਤੇ ਉਦੋਂ ਕੀ ਪਤਾ ਹੈ ਰੱਬ ਨੇ ਮੌਕਾ ਦੇਣਾ ਕਿ ਨਹੀਂ ਦੇਣਾ। ਫਿਰ ਸਾਰਾ ਕੁਝ ਖਤਮ ਹੋ ਗਿਆ, ਖਤਮ ਹੁੰਦਿਆਂ ਦੇਰ ਵੀ ਨਹੀਂ ਲੱਗਣੀ। ਸਭ ਕਹਿੰਦੇ ਪਤਾ ਤੇਰੀ ਪਾਇਆ ਕੀ ਹੈ। ਰਹਾਉ ਤੋਂ ਬਾਅਦ ਬੱਚੇ ਨੇ ਬਾਰੂ ਭੀਤ ਬਣਾਈ ਰਚ ਪਚ ਰਹਿਤ ਨਖੀ ਦਿਨ ਚਾਰ। ਬਾਰੂ ਕਹਿੰਦੇ ਰੇਤਾ ਨੂੰ। ਕਹਿੰਦੇ ਰੇਤ ਦੀ ਕੰਧ ਆ ਜਿਹੜੀ ਤੇਰੀ ਰਚੀ ਹੋਈ ਹੈ ਸਰੀਰ, ਇਹਨੂੰ ਮਤ ਸੋਚ ਇਹ ਬੜਾ ਪੱਕਾ ਹੈ। ਕਹਿੰਦੇ ਇਹਨੇ ਚਾਰ ਤੇ ਨਹੀਂ ਹੋ ਰਹਿਣਾ। ਤੈਸੇ ਹੀ ਇਹ ਸੁਖ ਮਾਇਆ ਕਿ ਉਰਜਿਓ ਕਹਾਂ ਗਵਾਰ। ਐ ਗਵਾਰ ਮੂਰਖ, ਇਹ ਮਾਇਆ ਦੇ ਸੁੱਖ ਇਹ ਬਾਰੂ ਦੀ ਭੀਤ ਜੈਸੇ ਨਹੀਂ। ਇਹ 4 ਦਿਨਾਂ 'ਚ ਢਹਿ ਢੇਰੀ ਹੋ ਜਾਣਾ, ਕੁਛ ਨਹੀਂ ਹੋ ਤੇਰੇ ਪੱਲੇ ਪੈਣਾ। ਤੂੰ ਇਹਨਾਂ 'ਤੇ ਮਾਨ ਨਾ ਕਰ। ਜੇ ਕਰਨਾ ਹੈ ਕੁਛ ਕਰਨ ਵਾਲਾ ਤੇ ਜੋ ਪਿੱਛੇ ਲੰਘ ਗਿਆ ਸਮਾਂ ਉਹਨੂੰ ਜਾਣ ਦੇ। ਆਉਣ ਵਾਲ ਇਹਨੂੰ ਤੂੰ ਸੰਭਾਲਣਾ ਨਹੀਂ, ਹੁਣ ਨੂੰ ਸੰਭਾਲ, ਆਉਣ ਵਾਲਾ ਆਪੇ ਤੇਰਾ ਸੰਭਾਲਿਆ ਗਿਆ। ਪਿਆਰੇ ਭਾਈ ਨੰਦ ਲਾਲ ਸਿੰਘ ਜੀ ਦੇ ਬਚਨ ਨੇ ਬਹੁਤ ਪਿਆਰੇ। ਉਹ ਕਹਿੰਦੇ ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੇ। ਉਹਨਾਂ ਦੇ ਪਿਆਰੇ ਬਚਨ ਨੇ ਸਮਝਾਉਣ ਲਈ ਜਦੋਂ ਸਤਿਗੁਰੂ ਜੀ ਦੇ ਦਰ 'ਤੇ ਆਏ। ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਖੀ ਪੀਤੇ। ਸਾਰੀ ਉਮਰ ਗੁਨਾਹੀ ਬੇਤੇ, ਹਰ ਕੀ ਭਗਤ ਨਾ ਕੀਤੇ। ਗੁਨਾਹ ਬੜੇ ਹੋਏ ਸਨ, ਭਗਤੀ ਨਹੀਂ ਸੀ ਕਰ ਸਕੇ। ਪਰ ਹੁਣ ਕੀ ਕਰੀਏ? ਕਹਿੰਦੇ ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਅੱਗਾ ਸਵਾਰੋ, ਪਿੱਛੇ ਜੋ ਬੀਤ ਗਿਆ ਸੋ ਬੀਤ ਗਿਆ। ਇਹਦਾ ਇਹ ਤੇ ਨਹੀਂ ਮਤਲਬ ਵੀ ਪਹਿਲਾਂ ਜਾਣ ਬੁੱਝ ਕੇ ਪਾਪ ਕਰੀਏ ਤੇ ਕਹੀਏ ਮਹਾਰਾਜ ਨੇ ਬਖਸ਼ੀ ਦੇਣਾ, ਨਹੀਂ। ਜਾਣ ਬੁੱਝ ਕੇ ਨਹੀਂ। ਜੇ ਸੋਝੀ ਨਹੀਂ ਕਿਸੇ ਨੂੰ ਆਈ ਪਿਆਰਿਓ, ਉਹ ਜਦੋਂ ਸੋਝੀ ਆਵੇ ਉਦੋਂ ਹੀ ਤੁਰ ਪਵੇ, ਬਸ ਉਹਦੇ ਨਾਲ ਭਲਾ ਹੈ। ਅਤੇ ਜੇ ਇਸ ਤਰ੍ਹਾਂ ਦੀਆਂ ਤਰਕ ਦਲੀਲਾਂ ਦਿੰਦੇ ਰਹੇ, ਮਹਾਰਾਜ ਦੇ ਲੜ ਲੱਗੇ ਨਾ। ਸਾਹਿਬ ਕਹਿੰਦੇ ਸਮਾਂ ਗਵਾਚ ਗਿਆ, ਮੁੜ ਕੇ ਖੱਤੀ ਨਹੀਂ ਆਉਣਾ। ਇਹਨੂੰ ਅਜਕੂ ਸਮਝ ਕਛ ਬਿਗੜਿਓ ਨਾਇਨ। ਅਜੇ ਵੀ ਇਹਨੂੰ ਸੰਭਾਲਿਆ ਜਾ ਸਕਦਾ ਹੈ। ਇਹ ਗੱਲ ਕਹਿ ਕੇ ਸਮਾਪਤੀ ਵੱਲ ਆਵਾਂ। ਇੱਕ ਵਾਰ ਨਾ ਸਤਿਕਾਰਯੋਗ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਕੋਲ, ਉਹਨਾਂ ਦਾ ਪ੍ਰੇਮੀ ਸੀ। ਮਹਾਰਾਜ ਜੀ ਦੇ ਘਰ ਦੀ ਕਾਫੀ ਸੇਵਾ ਕਰਨ ਵਾਲਾ ਸੱਜਣ, ਉਸ ਨੇ ਲੱਡੂਆਂ ਦਾ ਡੱਬਾ ਲਿਆਂਦਾ। ਆ ਕੇ ਭੇਟ ਕੀਤਾ ਅਤੇ ਕਹਿਣ ਲੱਗੇ ਬਾਬਾ ਜੀ ਮਹਾਰਾਜ ਦੀ ਕਿਰਪਾ ਨਾਲ ਅੱਗੇ ਇੱਕ ਪੁੱਤਰ ਸੀ, ਅੱਜ ਇੱਕ ਹੋਰ ਪੁੱਤਰ ਨੇ ਜਨਮ ਲਿਆ ਹੈ। ਮੈਂ ਉਸ ਖੁਸ਼ੀ ਵਿੱਚ ਵਧਾਈ ਵਿੱਚੋਂ ਇਹ ਡੱਬਾ ਲਿਆਇਆ। ਬਾਬਾ ਜੀ ਖਿੜਖੜਾ ਕੇ ਹੱਸੇ, ਕਹਿਣ ਲੱਗੇ ਭਲਾ ਹੋਇਆ।
ਡੱਬਾ ਪ੍ਰਵਾਹ ਨਹੀਂ ਪਰਾ ਵੇਖੋ ਫਲਾਣਾ ਆਦਮੀ ਇੱਕ ਸੱਜਣ ਦਾ ਨਾਮ ਲਿਆ ਜਿਹੜਾ ਕਿ ਕੁਝ ਸਮਾਂ ਹੀ ਪਹਿਲਾਂ ਚੜ੍ਹਾਈ ਕੀਤਾ ਸੀ ਨੇੜੇ, ਉਹਦੀ ਪੋਜੀਸ਼ਨ ਸੀ, ਉੱਥੋਂ ਦਾ MLA ਸੀ। ਕਹਿਣ ਲੱਗੇ ਚੰਗਾ ਹੋ ਗਿਆ, ਉਹ ਤੇਰੇ ਘਰ ਤੇਰਾ ਪੁੱਤਰ ਬਣ ਕੇ ਆ ਗਿਆ। ਪ੍ਰੇਮੀ ਬੜਾ ਉਦਾਸ ਹੋ ਗਿਆ, ਬਾਬਾ ਜੀ ਉਹ ਤੇ ਨਿੰਦਾ ਬਹੁਤ ਕਰਦਾ ਸੀ, ਉਹਨੇ ਤਾਂ ਸਾਰੀ ਜ਼ਿੰਦਗੀ ਮਹਾਰਾਜ ਦੇ ਘਰ ਦਾ ਵਿਰੋਧ ਕੀਤਾ, ਸੰਤਾਂ ਦਾ ਵਿਰੋਧ ਕੀਤਾ। ਬਾਬਾ ਆਨੰਦ ਸਿੰਘ ਖੁਰਾ ਨੂੰ ਕਦੇ ਵੀ ਉਸਨੇ ਚੰਗਾ ਨਹੀਂ ਕਿਹਾ। ਕਈ ਵਾਰ ਉਸਨੇ ਕਈ ਹਮਲੇ ਕੀਤੇ, ਕਰਦਿਆਂ ਕਰਦਿਆਂ ਉੱਚੀਆਂ ਪਦਵੀਆਂ 'ਤੇ ਵੀ ਪਹੁੰਚਿਆ। ਆਖਰਕਾਰ ਉਹਦੀ ਕਿਸੇ ਨਾਲ ਲੜਾਈ ਹੋਈ, ਗੋਲੀ ਮਾਰੀ, ਉਹਦੀ ਮੌਤ ਹੋ ਗਈ। ਉਹ ਮੇਰੇ ਘਰ ਆ ਕੇ ਤੇ ਮੇਰੇ ਤੇ ਘਰ ਨੂੰ ਬਰਬਾਦ ਕਰੇਗਾ। ਨਿੰਦਕ ਦੀ ਆਤਮਾ ਆ ਗਈ ਸਰੀਰ ਬਣਾ ਕੇ, ਮੇਰਾ ਤੇ ਨੁਕਸਾਨ ਹੋ ਜਾਏਗਾ। ਬਾਬਾ ਜੀ ਮੈਂ ਤੇ ਮਹਾਰਾਜ ਦੇ ਘਰ ਦੀ ਸੇਵਾ ਕਰਦਾ ਖਾਂ, ਮੇਰੇ ਘਰ ਹੀ ਕਿਉਂ ਆਇਆ? ਬਾਬਾ ਜੀ ਕਹਿਣ ਲੱਗੇ ਘਬਰਾ ਨਹੀਂ। ਉਹਨੇ ਸਾਰੀ ਜ਼ਿੰਦਗੀ ਨਿੰਦਾ ਚੁਗਲੀ ਕੀਤੀ। ਇਹ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਦੁਨੀਆ ਸਮਝਦੀ ਨਹੀਂ, ਕਿੱਡਾ ਦਿਆਲੂ ਏ, ਕਿਰਪਾਲੂ ਏ। ਐਵੇਂ ਨਹੀਂ ਕਹਿੰਦੀ ਅੱਜ ਖੂੰ ਸਮਝ, ਇਹਦੇ ਬਹੁਤ ਵੱਡੇ ਅਰਥ ਜੇ। ਸਤ ਸੰਗਤ ਸਾਰਾ ਇਤਿਹਾਸ ਹੀ ਸਾਡਾ ਇੱਥੇ ਖੜਾ ਹੈ, ਸਾਡੀ ਬਾਂਹ ਪਕੜਦੇ ਨੇ ਜਿੱਥੇ ਵੀ ਕੋਈ ਖਲੋਤਾ ਏ। ਬਾਬਾ ਜੀ ਕਹਿਣ ਲੱਗੇ ਜਦੋਂ ਗੋਲੀ ਵੱਜੀ ਅੰਤਲੇ ਸਾਹਾਂ ਤੇ ਸੀ, ਮਰਦਾ ਮਰਦੇ ਉਹਦੇ ਮੂੰਹ 'ਚੋਂ ਨਿਕਲਿਆ ਸੀ, ਬਾਬਾ ਆਨੰਦ ਸਿੰਘ ਜੀ ਉਹ ਬਚਾ ਲਓ ਜੇ ਬਚਾ ਸਕਦੇ ਹੋ। ਕਹਿਣ ਲੱਗੇ ਸਤਿਗੁਰੂ ਦੇ ਬਖਸ਼ੇ ਸਾਧੂ ਅਲ ਜਦੋਂ ਉਹਦੇ ਅੰਦਰੋਂ ਪੁਕਾਰ ਨਿਕਲ ਕੇ ਸੁਰਤੀ ਗਈ, ਉਸ ਅੰਤਲੀ ਪੁਕਾਰ ਦਾ ਸਦਕਾ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਆਰੇ ਦੇ ਘਰ ਭੇਜਿਆ ਏ। ਤੇਰੇ ਘਰ ਰਹਿ ਕੇ ਉਹ ਨਾਮ ਜਪੇਗਾ, ਸੇਵਾ ਕਰੇਗਾ ਤੇ ਬੇੜੇ ਪਾਰ ਹੋਣਗੇ। ਪਿਆਰਿਓ ਅੰਤ ਵੇਲੇ ਵੀ ਚੇਤਾ ਕੀਤਾ ਖੋਇਆ ਕਿੱਥੇ ਦਾ ਕਿੱਥੇ ਮਨੁੱਖ ਨੂੰ ਲੈ ਜਾਂਦਾ ਹੈ। ਤਾਂ ਹੀ ਕਹਿੰਦੇ ਅੰਤ ਵੇਲਾ ਸਾਂਭੀਏ। ਅੰਤ ਵੇਲਾ ਉਹ ਨਹੀਂ ਜਦੋਂ ਮੌਤ ਡਾਕਟਰ ਤੇ ਘਰ ਦੇ ਕਹਿ ਦਿਨ ਆਈ ਖੜੀ। ਬਚਪਨ ਤੋਂ ਲੈ ਕੇ ਪਹਿਲੇ ਦਿਨ ਤੋਂ ਹੀ ਅਸੀਂ ਮੌਤ ਵੱਲ ਵੱਧ ਰਹੇ ਹੁੰਦੇ ਹਾਂ। ਇਹਨੇ ਕਿਹੜਾ ਦੱਸ ਕੇ ਆਉਣਾ ਹੈ? ਕਿਸੇ ਨੂੰ 5 ਸਾਲ ਵਿੱਚ ਆ ਜਾਏ, 20 ਤੇ ਆ ਜਾਏ, 50 ਤੇ 100 ਤੇ ਆਵੇ, ਇਹਨੂੰ ਨੇੜੇ ਸਮਝੀਏ। ਇਹ ਪੂਰਾ ਜਨਮ ਹੀ ਅੰਤ ਵੇਲਾ, 84 ਲੱਖ ਜੂਨ ਤੋਂ ਬਾਅਦ ਇਹਨੂੰ ਸੰਭਾਲੀਏ। ਇਹ ਸੰਭਾਲਿਆ ਜਾਏਗਾ ਸਤਿਗੁਰੂ ਦੇ ਲੜ ਲੱਗ ਕੇ, ਸੰਭਾਲਿਆ ਜਾਏਗਾ ਸਤਿਗੁਰੂ ਕੇ ਬਚਨਾਂ ਨੂੰ ਕਮਾ ਕੇ। ਬਚਨ ਕਮਾਉਣ ਲਈ ਅੰਦਰ ਵਿਸ਼ਵਾਸ ਹੋਵੇ ਤੇ ਪਿਆਰ ਹੋਵੇ। ਪਿਆਰਿਓ ਫਿਰ ਸਤਿਗੁਰੂ ਜੀ ਤਰਸ ਕਰਕੇ ਇਸ ਜ਼ਿੰਦਗੀ ਨੂੰ ਬਦਲ ਕੇ ਪਵਿੱਤਰ ਬਣਾ ਕੇ ਆਪਣੇ ਘਰ ਲੈ ਜਾਂਦੇ ਹਨ। ਮਹਾਰਾਜ ਮਿਹਰ ਕਰਨ, ਆਪਾਂ ਜੋ ਲੰਘ ਗਿਆ ਸਮਾਂ ਉਹਨੂੰ ਭੁੱਲੀਏ ਤੇ ਅੱਜ ਤੋਂ ਹੀ ਜਿਹੜੇ ਵੀਰ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲੈ ਸਕੇ ਲਈਏ। ਜਿਹੜੇ ਪਾਠ ਨਹੀਂ ਸ਼ੁਰੂ ਕੀਤਾ ਹੁਣ ਹੀ ਕਰੀਏ। ਜਿਹੜੇ ਗੁਰੂ ਕੇ ਪਿਆਰਿਓ ਵੇਖਦੇ ਘਰਾਂ 'ਚ ਵੱਡੀਆਂ ਵੱਡੀਆਂ ਮੁਸ਼ਕਲਾਂ ਨੇ, ਉਹ ਕੇਵਲ ਦਿਨ ਪੂਰੇ ਕਰ ਰਹੇ ਹਨ, ਜਿਉਂ ਨਹੀਂ ਰਹੇ, ਦਿਨ ਪੂਰੇ ਕਰ ਰਹੇ ਹਨ। ਉਹ ਰੋ ਰਹੇ ਨੇ ਸਾਡੇ ਨਾਲ ਐਸਾ ਕਿਉਂ ਹੋਇਆ। ਇਹਨਾਂ ਗੱਲਾਂ ਨੂੰ ਭੁੱਲ ਕੇ ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਦਾ ਪੱਲਾ ਤੇ ਪਕੜ ਕੇ ਵੇਖੋ ਦਿਨ ਰਾਤ, ਛੱਡ ਦਿਓ ਦੁਨੀਆ ਵੱਲੋਂ ਧਿਆਨ, ਇੱਕੋ ਪਾਸੇ ਧਿਆਨ ਕਰੋ। ਇਸ ਜ਼ਿੰਦਗੀ ਵਿੱਚ ਹੀ ਪਤਾ ਨਹੀਂ ਵਾਹਿਗੁਰੂ ਕਿੰਨੇ ਕੁ ਸੁੱਖ ਦਿਖਾ ਦੇਗਾ ਜਿਨ੍ਹਾਂ ਦੀ ਸਾਨੂੰ ਹੁਣ ਆਸ ਨਹੀਂ, ਪਰ ਉਹਦਾ ਘਰ ਤੇ ਸਦਾ ਹੀ ਭਰਿਆ ਹੈ। ਉਹ ਸਦਾ ਹੀ ਸਾਨੂੰ ਪਿਆਰ ਕਰਨ ਲਈ ਉਤਾਵਲਾ ਹੈ। ਮਹਾਰਾਜ ਮਿਹਰ ਕਰਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।